वाहिगुरू साहब जीओ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरू जी का खालसा वाहिगुरू जी की फतेह। सन्मानयोग गुरु प्यारे गुरु द्वारे गुरमुख जनों, सिख मिशनरी कॉलेज ਵੱਲੋਂ चल रही इस गुरमत क्लास में आप सारे जी हैं। हर दो दिन बुधवार ਤੇ ਵੀਰਵਾਰ ਅਸੀਂ ਸਿੱਖ ਰਹਿਤ ਮਰਿਆਦਾ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ, ਜੋ ਪਿਛਲੇ ਕਾਫੀ ਹਫ਼ਤਿਆਂ ਤੋਂ ਅਸੀਂ ਸ਼ੁਰੂ ਕੀਤੀ ਹੋਈ ਹੈ। ਇਹਦੇ ਵਿੱਚ ਅਸੀਂ ਅੰਮ੍ਰਿਤ ਸੰਸਕਾਰ ਦਾ ਪੰਥਕ ਰਹਿਣ ਦਾ ਜੋ ਸਾਡਾ ਅੰਗ ਹੈ ਉਹਦੀ ਵਿਚਾਰ ਕਰ ਰਹੇ ਹਾਂ। ਕੁਝ ਵਿਚਾਰ ਅਸੀਂ ਕਰ ਚੁੱਕੇ ਹਾਂ। ਅੰਮ੍ਰਿਤ ਛਕਣ ਲਈ ਇੱਕ ਖਾਸ ਸਥਾਨ ਦਾ ਪ੍ਰਬੰਧ ਹੋਵੇ, ਉੱਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਘੱਟ ਤੋਂ ਘੱਟ 6 ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਵਿੱਚੋਂ ਇੱਕ ਤਾਬਿਆ ਬੈਠੇ, ਬਾਕੀ 5 ਅੰਮ੍ਰਿਤ ਛਕਾਉਣ ਲਈ ਹੋਣ। ਇਹਨਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ। ਇਹਨਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਇਹਨਾਂ 5 ਪਿਆਰਿਆਂ ਵਿੱਚ ਕੋਈ ਅੰਗਹੀਨ, ਅੰਨਾ, ਕਾਣਾ, ਲੰਗਾ, ਲੂਲਾ ਜਾਂ ਦੀਰਘ ਰੋਗ ਵਾਲਾ ਨਾ ਹੋਵੇ, ਕੋਈ ਤਨਖਾਹੀਆ ਨਾ ਹੋਵੇ, ਸਾਰੇ ਤਿਆਰ ਦਰਸ਼ਨੀ ਸਿੰਘ ਹੋਣ। ਹਰ ਦੇਸ਼, ਹਰ ਮਜ਼ਹਬ ਤੇ ਜਾਤੀ ਦਾ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ। ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ। ਬਹੁਤ ਛੋਟੀ ਅਵਸਥਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ। ਜੋ ਸੋਮਵਾਰ ਨੂੰ ਇੱਕ ਸਵਾਲ ਆਇਆ ਸੀ ਕਿ ਛੋਟੀ ਅਵਸਥਾ ਦਾ ਵੀ ਆਇਆ ਸੀ ਤੇ ਇੱਕ ਚੂਲੇ ਦਾ ਵੀ ਆਇਆ ਸੀ, ਉਹਦੇ ਇੱਥੇ ਸਪਸ਼ਟਤਾ ਹੁੰਦੀ ਹੈ ਕਿ ਚੂਲਾ ਦੇਣ ਦੀ ਕੋਈ ਵਿਧਾਨ ਨਹੀਂ ਹੈ। ਅੰਮ੍ਰਿਤ ਛਕਣ ਦੀ ਵਿਧੀ ਮਰਿਆਦਾ ਹੈ ਪੰਥ ਦੀ, ਪਰ ਉਹਦੇ 'ਚ ਵੀ ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ। ਅੰਮ੍ਰਿਤ ਛਕਣ ਵੇਲੇ ਹਰ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਤੇ ਹਰ ਇੱਕ 5 ਕਕਾਰ, ਕੇਸ, ਕਿਰਪਾਨ, ਕਤਰੇ ਵਾਲੀ, ਕਛਹਿਰਾ, ਕੰਘਾ, ਕੜਾ ਦਾ ਧਾਰਨੀ ਹੋਵੇ। ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਛੇਦੇ ਗਹਿਣੇ ਕੋਈ ਨਾ ਹੋਣ। ਅਦਬ ਨਾਲ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਖੜੇ ਹੋਣ। ਇਹਦੀ ਵਿਚਾਰ ਅਸੀਂ ਕੁਝ ਕੀਤੀ ਸੀ, ਕੁਝ ਸਾਡੀ ਬਾਕੀ ਹੈ। ਇਹਦੀ ਵਿਚਾਰ ਅੱਜ ਅਸੀਂ ਸ਼ੁਰੂ ਕਰਦੇ ਹਾਂ। ਇਸ ਤੋਂ ਅਸੀਂ ਵਿਚਾਰ ਸ਼ੁਰੂ ਕਰਦੇ ਹਾਂ। ਅੰਮ੍ਰਿਤ ਛਕਣ ਵੇਲੇ ਹਰ ਇੱਕ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਔਰ 5 ਕਕਾਰਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਅੰਮ੍ਰਿਤ ਭੁਲਾਖੀ ਭਾਵੇਂ ਬੱਚਾ ਹੈ, ਭਾਵੇਂ ਨੌਜਵਾਨ ਹੈ, ਭਾਵੇਂ ਬੀਬੀਆਂ ਹਨ, ਭਾਵੇਂ ਭਾਈ ਹਨ, ਵੀਰ ਹਨ, ਹਰ ਲਈ ਜ਼ਰੂਰੀ ਹੈ ਕਿ ਉਹਨਾਂ ਨੇ ਕੇਸੀ ਇਸ਼ਨਾਨ ਕੀਤਾ ਹੋਇਆ ਹੋਵੇ ਅਤੇ ਕੰਘਾ, ਕਿਰਪਾਨ, ਕੜਾ ਤੇ ਕਛਹਿਰਾ ਧਾਰਨ ਕੀਤੇ ਹੋਣ। ਕਿਰਪਾਨ ਗਾਤਰੇ ਵਿੱਚ ਹੋਵੇ। ਗਲੇ ਵਿੱਚ ਲਟਕਦੀ ਹੋਈ ਕਿਰਪਾਨ, ਖੰਡਾ ਤੇ ਕੰਘਾ ਧਾਗੇ ਵਿੱਚ ਪਾ ਕੇ ਪਰੋਇਆ ਹੋਇਆ ਕਕਾਰ ਨਹੀਂ ਅਖਵਾ ਸਕਦਾ, ਪਰ ਨਾ ਹੀ ਡੋਰੀ 'ਚ ਪਾਈ ਹੋਈ ਨੰਗੀ ਕਰਦ ਲਈ ਕਿਰਪਾਨ ਅਖਵਾ ਸਕਦੀ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸ਼ਸਤਰ ਬਖਸ਼ਿਸ਼ ਕੀਤਾ ਹੈ ਔਰ ਇਸ ਦੀ ਸੰਭਾਲ ਕਰਨੀ ਸਾਡੀ ਡਿਊਟੀ ਹੈ, ਸਾਡਾ ਫਰਜ਼ ਹੈ। ਇਸ ਵਾਸਤੇ ਕਿਰਪਾਨ ਗਾਤਰੇ ਵਿੱਚ ਨਾਲ ਲਫ਼ਜ਼ ਲਿਖਿਆ ਹੋਇਆ ਹੋਣਾ ਜ਼ਰੂਰੀ ਹੈ। ਫੁੱਟਨੋਟ ਵਿੱਚ ਅੱਗੇ ਆਏਗਾ, ਕਿਰਪਾਨ ਦੀ ਲੰਬਾਈ ਦੀ ਕੋਈ ਹੱਦ ਨਹੀਂ, ਜਿੰਨੀ ਕੋਈ ਸੰਭਾਲ ਸਕਦਾ ਉਨੀ ਰੱਖ ਸਕਦਾ ਹੈ। ਪੰਥ ਨੇ ਇਹਦੀ ਲੰਬਾਈ ਦੀ ਹੱਦ ਕੋਈ ਨਿਸ਼ਚਿਤ ਨਹੀਂ ਕੀਤੀ, ਪਰ ਗਾਤਰੇ 'ਚ ਹੋਣੀ ਜ਼ਰੂਰੀ ਹੈ। ਅੱਗੇ ਹੈ, ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਸਿਰ ਦੇ ਗਹਿਣੇ ਕੋਈ ਨਾ ਹੋਣ। ਅਦਬ ਨਾਲ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਖੜੇ ਹੋਣ। ਇਹ ਜਿਹੜੀ ਮੱਧ ਹੈ, ਇਹ ਅੰਮ੍ਰਿਤ ਭੁਲਾਖੀ ਦਾ ਗੁਰੂ ਪ੍ਰਤੀ ਸਮਰਪਿਤ ਹੋਣਾ ਜ਼ਰੂਰੀ ਦੱਸਦੀ ਹੈ। ਸਿੰਘ ਸਜਣ ਲਈ ਗੁਰੂ ਜੀ ਦਾ ਸਪਸ਼ਟ ਹੁਕਮ ਹੈ ਕਿ ਉਹਦੇ ਗਲੇ ਵਿੱਚ ਕੋਈ ਸਲੀਬ, ਕੋਈ ਚੰਨ ਤਾਰਾ, ਸਵਾਸਤਕ, ਰੁਦਰਾਖ ਦੀ ਮਾਲਾ,
ਜਾਂ ਫਿਰ ਕੋਈ ਪਿਛਲੇ ਮੱਤ ਦੇ ਨਾਲ ਸੰਬੰਧਿਤ ਕੋਈ ਚਿੰਨ੍ਹ ਨਹੀਂ ਹੋਣਾ ਚਾਹੀਦਾ। ਨਾ ਹੀ ਨੱਕ ਤੇ ਕੰਨ ਆਦਿਕ ਛੇਦਕ ਗਹਿਣਾ ਪਹਿਨਿਆ ਹੋਇਆ ਹੋਵੇ, ਜੋ ਜੋਗ ਮਤ ਅਤੇ ਗੁਲਾਮੀ ਦੇ ਚਿੰਨ੍ਹ ਮੰਨੇ ਗਏ ਸਨ। ਭਾਵੇਂ ਅੱਜ ਦੇ ਸਮਾਜ ਵਿੱਚ ਇਹ ਅਖੌਤੀ ਸ਼ਿੰਗਾਰ ਦਾ ਰੂਪ ਬਣ ਚੁੱਕੇ ਹਨ। ਸ਼ਾਇਦ ਇਹਨਾਂ ਤੋਂ ਬਿਨਾਂ ਸ਼ਿੰਗਾਰ ਨੂੰ ਪੂਰਾ ਹੀ ਨਹੀਂ ਮੰਨਿਆ ਜਾਂਦਾ। ਅੱਜ ਦੇ ਸਮਾਜ ਵਿੱਚ ਲੜਕੀਆਂ ਬੀਬੀਆਂ ਨੂੰ ਤਾਂ ਛੱਡੋ, ਬਹੁਤ ਸਾਰੇ ਪੁਰਸ਼ ਵੀ ਕੰਨਾਂ ਵਿੱਚ ਮੁੰਦਰਾਂ ਤੇ ਵਾਲੀਆਂ ਪਾ ਕੇ ਤੁਰੇ ਫਿਰਦੇ ਹਨ। ਇਹਦਾ ਕਾਰਨ ਹਾਰਮੋਨਸ ਦਾ ਚੇਂਜ ਹੋਣਾ ਵੀ ਹੈ, ਸੋਚ ਦਾ ਚੇਂਜ ਹੋਣਾ ਵੀ ਹੈ, ਔਰ ਮਰਦ ਦਾ ਉਸ ਹਾਰਮੋਨ ਵੱਲ ਝੁਕਾਅ ਹੋਣਾ ਵੀ ਹੈ। ਜਿਹੜੇ ਮਰਦ ਦਾ ਹੋ ਕੇ ਇਸਤਰੀ ਦਾ ਰੂਪ ਧਾਰਨ ਕਰਨ ਦੀ ਗੱਲ ਕਰਦੇ ਹਨ ਜਾਂ ਉਹਨਾਂ ਵਾਲਾ ਸ਼ਿੰਗਾਰ ਕਰਨਾ ਜਾਣਦੇ ਹਨ, ਇਹਦੇ ਪਿੱਛੇ ਸਾਇੰਟੀਫਿਕ ਰੀਜ਼ਨ ਵੀ ਹੋ ਸਕਦੇ ਹਨ। ਪਰ ਗੁਰਮਤਿ ਨੇ ਸਪਸ਼ਟ ਹਦਾਇਤ ਕੀਤੀ ਹੈ ਕਿ ਇਹਦੇ ਲਈ ਕੋਈ ਵੀ ਛੂਟ ਨਹੀਂ ਹੈ। ਬੜਾ ਹੀ ਇੱਕ ਸਰਵਲੋਕ ਗ੍ਰੰਥ ਵਿੱਚ ਇਹਦੇ ਬਾਰੇ ਸਾਨੂੰ ਇੱਕ ਮਿਲਦਾ ਹੈ। 4 ਪੰਕਤੀਆਂ ਬੜੀਆਂ ਕਮਾਲ ਦੀਆਂ ਹਨ ਜੋ ਛੇਦੇ ਗਹਿਣਿਆਂ ਬਾਰੇ। ਕਹਿੰਦੇ ਕਾਨ ਫਰਾਵਤ ਭਸਮ ਲਗਾਵਤ ਸਿੰਘੀ ਬਾਵਤ ਨਾਥ ਸਦਾ ਹੀ, ਪੂਜਤ ਸਿਲਾ ਦਿਗੰਬਰ ਮੌਣੀ ਨਾਖਰ ਜਟਾ ਬਚਾਵਤ ਵਡਾਵਤ ਪਾਹੀ, ਕੋਕ ਚੀਲ ਜਲ ਦੇਖੇ ਡਰਪਤ असुर प्रकृत हाथ का साही, वेदों दोई विगुते दुर्जन फुम्मन डंड उचितन साखाही। पिछटा भी खाण ला, पिछटा फूलन की गल, कन पढ़ाउण की गल, सुआह मलन की गल, सिंगियां बजाउण की गल, इस सर्वलोक ग्रंथ ने ये सारे हवाले दिते हैं। पंजाबी दे अलबेले शायर प्रोफैसर पूरन सिंह जी इस सरीरक भन तोड़ का बहुत ही कमाल के शब्दों च वर्णन करते हैं। कहते वो जीवन जिसनूं दूर थी दसन वास्ते मनुखा जीवन की जड़ पुड़ दी, हठ जो करा करा साड़ दी, बिंद रखा रखा अनंत नाए पापां दा आद कीता, मर्दां दी थां अमरद बना कते, रब ने कन दिते इन्हां ने कन पड़वा दिते, रब ने केस दिते इन्हां ने केस बनवा दिते, रब ने रचना दी इन्हां ने मौन कर रही, रब ने शरीर दिता इन्हां ने खाक विच रुला दिता, रब ने सारा संसार दिता इन्हें रस दिते फल दिते फुल दिते, इन्हां ने कूड़े त्यागां नाल मनुख कोलों सारा ही खो लिया। मैनूं मुड़ मुड़ हासी आउंदी है जदों मैं देखदा हाँ कि बुद्ध ते ईसा ते शंकर दे बिंद्रक संगतियां ने अपने पीरां कोलों खूब बदले ले। इन्हां जतियां संगतां ने वो आप चलाए, वो पाप चलाए जिन्हां दा नाम सुन के आम मनुख कंब उड़दा है। जोगियां ने पाप दी जड़ मनुखा देही ही काट कूट परे डारी, सदियां दा समा धड़े लग गए, ज्ञान में जुड़े हुए वेल सुन का ध्यान किया, खुल का ध्यान होया, सन्यासियों ने केस मुन ले, गोरखी जोगियां ने देही सारे मुन के सफा चट कर दी। भाई शुद्ध पवित्र बामण जो बनना होया, ये तो मूल मंत्र की लोथ हुई, ये तो मल मंत्र की लोथ हुई। रबी जीवन दीयां उम्मीदां विच इन्हां ने साधारण मनुखी जीवन तबाह करके रख दिता। मौत के सिमरन में लोकी बन दिते, निर्बलता का नाम सतोगुण रखिया, इंद्रियां नूं मार मुकाउण दा नाम पुन रखिया। ये तो मनुखा देही का हाल दीन वालिया ने किया, गंदियां लीरां विच लपेटिया, गंदे पानी छकाए, धूड़ी विच रुलाया, मैले नाल भर भरीके पवित्रता का सबूत दिता। दुनी वाले जिहड़े इसकी हाल करते हैं वो तो दसन की लोड़ नहीं, हर किसी को पता ही है। विषय विकारां विच खराब किया, खा खा के डकारिया, काम क्रोध लोभ मोह दी अग दीयां साड़
अग काम क्रोध लोभ मोह दी अग्गा साड़ साड़ मनूर कीता। दुनी वाले गए दीन वालिया कोल अपने पापां थी बचन वास्ते, ते दीन वालिया ने कड़ी विचों कढ़ वड्डे कड़ाए तत्ते तेल विच पा कटिया। ये बोल अजमेली शहर प्रोफैसर पूरन सिंह जी दे हन। लिखत थोड़ी औखी है कि उन्हां दी लिखतां सारियां ही थोड़ियां औखियां हन, पर इहदे च भाव बड़े डूंघे हन। धर्म की परिभाषा कोई लोग जिहड़े धर्मी कमाउंदे सन उन्हां ने भी अधर्म कमाया, ते जिहड़े दुनिया वाले सन वो दीन वालियां उन्हां धर्मियां कोल गए, उन्हां दे जीवन नूं भी बर्बाद कर दिता। ਕੰਨਾਂ ਵਿੱਚ ਮੁੰਦਰਾਂ ਪਾਈਆਂ, ਕੰਨ ਪੜਵਾ ਦਿੱਤੇ। ਤਾਂ ਇਹ ਸ਼ਰਤ ਜਿਹੜੀ ਸੀ ਗੁਲਾਮੀ ਦਾ ਚਿੰਨ੍ਹ ਬਣ ਕੇ ਰਹਿ ਗਿਆ, ਕੰਨ ਪੜਵਾਉਣਾ ਤੇ ਨੱਕ ਪੜਵਾਉਣਾ। ਮੈਂ ਉਸ ਦਿਨ ਪਿਛਲੇ ਹਫ਼ਤੇ ਬੇਨਤੀ ਕੀਤੀ ਸੀ ਕਿ ਜਦੋਂ ਇਹ ਹਮਲੇ ਹੁੰਦੇ ਤਾਂ ਉਹ ਨੱਕ ਵਿੱਚ ਨਕੇਲਾਂ ਪਾ ਕੇ ਔਰਤਾਂ ਨੂੰ ਬਾਜ਼ਾਰਾਂ ਵਿੱਚ ਘੜੀਸਦੇ। ਅਖੀਰ ਐਲਾਨ ਹੋਇਆ ਕਿ ਜਿਹੜੀ ਔਰਤ ਨੱਕ ਵਿੱਚ ਨੱਥ ਪਾ ਲਵੇਗੀ ਉਸ ਨੂੰ ਸਮਝਿਆ ਜਾਏਗਾ ਕਿ ਇਸਨੇ ਸਾਡੀ ਗੁਲਾਮੀ ਨੂੰ ਸਵੀਕਾਰ ਕਰ ਲਿਆ ਹੈ, ਤੇ ਅਸੀਂ ਉਸ ਨੂੰ ਇਸ ਤਰ੍ਹਾਂ ਬਾਜ਼ਾਰਾਂ ਵਿੱਚ ਨਹੀਂ ਘੜੀਸਾਂਗੇ। ਉਹ ਨੱਕ ਵਿੱਚ ਪਾਈ ਹੋਈ ਨੱਥ ਹੌਲੀ ਹੌਲੀ ਨੱਕ ਦਾ ਸ਼ਿੰਗਾਰ ਬਣ ਗਈ। ਜਿਵੇਂ ਤਿਲਕ ਦੀ ਪਿੱਛੇ ਜ਼ਿਕਰ ਆਇਆ ਸੀ ਵੀ ਉਹ ਲੱਗਾ ਕਿਸ ਕਰਕੇ, ਪਰ ਹੌਲੀ ਹੌਲੀ ਉਹ ਜ਼ਰੂਰੀ ਹੋ ਗਿਆ। ਇਸੇ ਤਰ੍ਹਾਂ ਹੀ ਇਹ ਨੱਕ ਦੇ ਵਿੱਚ ਪਾਏ ਹੋਏ ਗਹਿਣੇ ਜਿਹੜੇ ਸਨ ਇਹ ਫਿਰ ਸ਼ਿੰਗਾਰ ਬਣਨੇ ਸ਼ੁਰੂ ਹੋ ਗਏ। ਅਸਲ ਵਿੱਚ ਕਿਉਂਕਿ ਇਹ ਗੁਲਾਮੀ ਦੀ ਚਿੰਨ੍ਹ ਹੈ, ਸਿੱਖ ਧਰਮ ਇੱਕ ਆਜ਼ਾਦ ਧਰਮ ਹੈ, ਕੇਵਲ ਆਪਣੀ ਆਜ਼ਾਦੀ ਹੀ ਨਹੀਂ ਜਿਉਂਦਾ, ਇਹ ਧਰਮ ਤਾਂ ਦੂਜਿਆਂ ਨੂੰ ਆਜ਼ਾਦੀ ਦਾ ਹੱਕ ਵੀ ਦਿਵਾਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਇਹ ਗੱਲ ਦੱਸਦੀ ਹੈ ਕਿ ਅਸਲ ਵਿੱਚ ਆਜ਼ਾਦ ਉਹ ਨਹੀਂ ਹੁੰਦਾ ਜੋ ਆਪ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੋਵੇ। ਅਸਲ ਵਿੱਚ ਆਜ਼ਾਦ ਉਹ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਵੀ ਆਜ਼ਾਦੀ ਦਾ ਨਿੱਘ ਦਿਵਾ ਸਕੇ। ਸਿੱਖ ਧਰਮ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਲਾ ਹੈ। ਇਹ ਕੇਵਲ ਆਪਣੀਆਂ ਜੰਜੀਰਾਂ ਨਹੀਂ ਤੋੜਦਾ, ਇਹ ਤਾਂ ਹਰ ਉਸ ਮਨੁੱਖਤਾ ਦੀਆਂ ਜੰਜੀਰਾਂ ਨੂੰ ਤੋੜਦਾ ਹੈ ਜੋ ਗੁਲਾਮੀ ਦੇ ਬੰਧਨਾਂ ਵਿੱਚ ਬੱਝੇ ਹੋਏ ਹਨ। ਇਹ ਉੱਚ ਨੀਚ ਦੀਆਂ ਜੰਜੀਰਾਂ ਨੂੰ ਤੋੜਿਆ, ਛੂਤ ਛਾਤ ਦੀਆਂ ਜੰਜੀਰਾਂ ਨੂੰ ਤੋੜਿਆ, ਇਸ ਮੱਤ ਨੇ ਘੁੰਡ ਕੱਢਣ ਵਾਲੀਆਂ ਜੰਜੀਰਾਂ ਨੂੰ ਤੋੜਿਆ। ਇੱਥੇ ਵਿਧਵਾ ਵਿਆਹ ਪੁਨਰ ਵਿਆਹ ਦੀ ਰੀਤ ਚਲਾ ਕੇ ਸਾਰੀ ਉਮਰ ਸਤੀ ਹੋਣ ਦੀਆਂ ਗੱਲਾਂ ਕਰਕੇ ਜੀਣ ਵਾਲਿਆਂ ਨੂੰ ਜੀਵਨ ਦਾ ਨਵਾਂ ਸਹਾਰਾ ਦਿੱਤਾ। ਇੱਥੇ ਲੰਗਰ ਤੇ ਪੰਗਤ ਵਿੱਚ ਬਿਠਾ ਕੇ ਇੱਕ ਥਾਂ ਤੇ ਇਸ਼ਨਾਨ ਕਰਾ ਕੇ ਇਹਨਾਂ ਨੇ ਊਚ ਨੀਚ ਦਾ ਭੇਦਭਾਵ ਖਤਮ ਕਰ ਦਿੱਤਾ ਔਰ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਕਹਿ ਕੇ ਉਹਨਾਂ ਨੂੰ ਸਨਮਾਨ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਨੇ ਜਿਹੜਾ ਮਤ ਦਿੱਤਾ ਉਹ ਨਿਰਾਲਾ ਹੈ, ਉਹ ਜੰਜੀਰਾਂ ਕੱਟਣ ਵਾਲਾ ਹੈ ਗੁਲਾਮੀ ਦੀਆਂ, ਭਾਵੇਂ ਉਹ ਸਮਾਜਿਕ ਜੰਜੀਰਾਂ ਹੋਣ ਤੇ ਭਾਵੇਂ ਉਹ ਸਰੀਰ ਦੀਆਂ ਜੰਜੀਰਾਂ ਹੋਣ। ਇਸ ਵਾਸਤੇ ਸਿੱਖ ਰਹਿਤ ਮਰਿਆਦਾ ਵਿੱਚ ਗੱਲ ਲਿਖੀ ਗਈ ਜ਼ਰੂਰੀ ਵੀ ਇਹ ਚਿੰਨ੍ਹ ਜਿਹੜੇ ਹਨ ਨੱਕ ਛੇਦਕ ਤੇ ਕੰਨ ਛੇਦਕ ਗਹਿਣੇ ਇਹ ਨਾ ਪਾਇਆ ਹੋਇਆ ਹੋਵੇ। ਇਹ ਗੁਲਾਮੀ ਦੀ ਨਿਸ਼ਾਨੀ ਹੈ, ਜਿਹੜੇ ਹੌਲੀ ਹੌਲੀ ਸਾਡੇ ਸ਼ਿੰਗਾਰ ਦਾ ਇੱਕ ਹਿੱਸਾ ਬਣ ਗਏ। ਤੇ ਇਸ ਸ਼ਿੰਗਾਰ ਦੇ ਹਿੱਸੇ ਨੂੰ ਪੰਥਕ ਰਹਿਤ ਮਰਿਆਦਾ ਨੇ ਪ੍ਰਵਾਨ ਨਹੀਂ ਕੀਤਾ। ਜਿਹੜਾ ਪੰਥ ਦਾ ਜਿਹੜਾ ਸ਼ਿੰਗਾਰ ਹੈ ਉਹ ਅਲੱਗ ਹੈ। ਉਹ ਸ਼ਿੰਗਾਰ ਜੋ ਪੰਥ ਨੇ ਸਾਨੂੰ ਬਖਸ਼ਿਸ਼ ਕੀਤਾ ਜਾਂ ਗੁਰੂ ਗ੍ਰੰਥ ਨੇ ਸਾਨੂੰ ਬਖਸ਼ਿਸ਼ ਕੀਤਾ ਉਹ ਅਲੱਗ ਹੈ। ਉਹ ਤਾਂ ਸੁਹਬ ਜਾਂ ਤਾਂ ਸੁਹਾਗਣੀ ਜਾਂ ਮੰਨ ਲੈ ਸੱਚ ਨਾਉ ਦੀ ਗੱਲ ਕੀਤੀ ਹੈ। ਸੁਹਾਗਵਾਨ ਹੋਣ ਦੀ ਨਿਸ਼ਾਨੀਆਂ ਇਹ ਨਹੀਂ ਇਹਨਾਂ ਚਿੰਨ੍ਹਾਂ ਨੂੰ ਧਾਰਨ ਕਰ ਲਿਆ ਜਾਏ। ਸੁਹਾਗਵਾਨ ਹੋਣ ਦੀ ਨਿਸ਼ਾਨੀ ਹੈ ਜੇ ਕਰਤੇ ਨਾਲ ਜੁੜ ਲਿਆ ਜਾਏ, ਮਾਲਕ ਨਾਲ ਜੁੜਿਆ ਜਾਏ। ਤਾਂ ਇੱਥੇ ਗੱਲ ਬੜੀ ਸਪਸ਼ਟ ਹੈ ਕਿ ਇਹ ਚਿੰਨ੍ਹਾਂ ਨਾਲ ਪਹਿਨਿਆ ਹੋਵੇ ਤਾਂ ਉਹਨੂੰ ਅੰਮ੍ਰਿਤ ਦਾ ਅਧਿਕਾਰੀ ਨਹੀਂ ਹੈ। ਔਰ ਇਹ ਵੀ ਅਸੀਂ ਵਿਚਾਰ ਪਹਿਲਾਂ ਕੀਤੀ ਹੈ ਕਿ ਹਰੇਕ ਅੰਮ੍ਰਿਤ ਭਲਾਖੀ ਨੇ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਹੋਵੇ ਤੇ ਬੀਬੀ ਨੇ ਵੀ ਦਸਤਾਰ ਸਜਾਈ ਹੋਵੇ ਜਾਂ ਸਿਰ ਢਕਿਆ ਹੋਇਆ ਹੋਵੇ। ਇੱਥੇ ਪਾਬੰਦੀ ਨਹੀਂ ਰੱਖੀ ਵੀ ਸਿੱਖ ਬੀਬੀ ਦਸਤਾਰ ਸਜਾਵੇ ਨਾ ਜਾਂ ਨਾ ਸਜਾਵੇ, ਦੋਨੋਂ ਠੀਕ ਹਨ, ਪਰ ਸਿਰ ਢਕਿਆ ਹੋਇਆ ਹੋਣਾ ਜ਼ਰੂਰੀ ਹੈ। ਖੁੱਲੇ ਬਾਜ਼ਾਰਾਂ ਵਿੱਚ ਨੰਗੇ ਸਿਰ ਫਿਰਨਾ, ਉਡੂ ਡਰਾਵਾ ਝਾਟੇ ਪਾਏ, ਉਹਦਾ ਜ਼ਿਕਰ ਵੀ ਗੁਰੂ ਸਾਹਿਬ ਨੇ ਬਾਣੀ 'ਚ ਕੀਤਾ ਹੈ।
ਇੱਕ ਝੱਟਾ ਉੱਡ ਕੇ, ਗੰਦਗੀ ਉੱਡ ਕੇ ਸਿਰਾਂ ਵਿੱਚ ਪੈਣੀ, ਇਹ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ। ਭਾਵੇਂ ਬੀਬੀ ਹੈ ਭਾਵੇਂ ਮਰਦ ਹੈ, ਜੇ ਅਧਿਕਾਰ ਬਰਾਬਰ ਦੇ ਮੰਗਦੇ ਹਾਂ, ਫਰਜ਼ ਵੀ ਬਰਾਬਰ ਦੇ ਨਿਭਾਉਣੇ ਪੈਂਦੇ ਹਨ। ਇੱਥੇ ਬੜੀ ਸਪਸ਼ਟ ਗੱਲ ਹੈ ਵੀ ਜੇ ਦਸਤਾਰ ਸਜਾਈ ਹੋਵੇ ਤਾਂ ਠੀਕ ਹੈ, ਨਾ ਸਜਾਈ ਹੋਵੇ ਤਾਂ ਸਿਰ ਜਿਹੜਾ ਢੱਕਿਆ ਹੋਇਆ ਹੋਵੇ। ਇਸ ਤਰ੍ਹਾਂ ਬੱਚੇ ਤੇ ਨੌਜਵਾਨ ਨੇ ਵੀ ਸਿਰ ਤੇ ਛੋਟੀ ਦਸਤਾਰ ਸਜਾਈ ਹੋਈ ਹੋਵੇ, ਜੋ ਅਜੇ ਦਸਤਾਰ ਨਹੀਂ ਸਜਾਉਂਦੇ, ਪਰ ਕਿਸੇ ਨੂੰ ਵੀ ਟੋਪੀ ਪਹਿਨ ਕੇ ਜਾਂ ਸਿਰ ਨੰਗਾ ਰੱਖ ਕੇ ਆਉਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਟੋਪੀ ਨੂੰ ਵੀ ਗੁਲਾਮੀ ਦਾ ਚਿੰਨ੍ਹ ਮੰਨਿਆ ਗਿਆ ਹੈ। ਇਸ ਵਾਸਤੇ ਪੰਜ ਕਕਾਰ, ਕੇਸ, ਕਿਰਪਾਨ, ਗਾਤਰੇ ਵਾਲੀ, ਕਸ਼ਹਿਰਾ, ਕੰਘਾ ਤੇ ਕੜਾ ਦੀ ਧਾਰਨੀ ਤਿਆਰ ਬਰ ਤਿਆਰ ਅੰਮ੍ਰਿਤ ਭੁਲਾਖੀਆਂ ਪ੍ਰਤੀ ਹੁਕਮ ਹੈ ਕਿ ਉਹ ਸਾਵਧਾਨਤਾ, ਨਿਮਰਤਾ ਅਤੇ ਸਤਿਕਾਰ ਨਾਲ ਹੱਥ ਜੋੜ ਕੇ ਗੁਰੂ ਦੇ ਹਜ਼ੂਰ ਖੜੇ ਹੋ ਜਾਣ। ਇਹ ਉਹਨਾਂ ਦੇ ਹੁਕਮ ਹੈ। ਅੰਮ੍ਰਿਤ ਭੁਲਾਖੀਆਂ ਲਈ ਇਹ ਹੁਕਮ ਹੈ ਜੋ ਗੁਰੂ ਪੰਥ ਦੇ ਰਹਿਤ ਮਰਿਆਦਾ ਵਿੱਚ ਦਰਜ ਕੀਤਾ ਹੈ। ਅੱਗੇ ਹੈ, ਜੇ ਕਿਸੇ ਨੇ ਕੁਰੈਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ, ਉਸ ਨੂੰ ਅੱਡ ਕਰਕੇ ਸੰਗਤ ਵਿੱਚ 5 ਪਿਆਰੇ ਤਨਖਾਹ ਲਾ ਲੈਣ। ਇਹ ਵੀ ਮੱਧ ਬੜੀ ਜ਼ਰੂਰੀ ਹੈ। ਅੰਮ੍ਰਿਤ ਭੁਲਾਖਿਆਂ ਵਿੱਚ ਅਗਰ ਕੋਈ ਅਜਿਹਾ ਪ੍ਰਾਣੀ ਹੋਵੇ ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤ ਛਕਿਆ ਹੋਵੇ ਪਰ ਉਹ ਕਿਸੇ ਪਾਸੋਂ ਕੋਈ ਕੁਰੈਤ ਹੋ ਚੁੱਕੀ ਹੋਵੇ, ਤਾਂ ਫਿਰ ਦੁਬਾਰਾ ਅੰਮ੍ਰਿਤ ਛਕਣ ਲਈ ਹਾਜ਼ਰ ਹੋਇਆ ਹੋਵੇ, ਤਾਂ ਬਾਕੀ ਅੰਮ੍ਰਿਤ ਭੁਲਾਖਿਆਂ ਤੋਂ ਪਹਿਲਾਂ ਉਹਨਾਂ ਨੂੰ ਅੱਡ ਕਰਕੇ ਉਸ ਦੀ ਉਸ ਹੋਈ ਭੁੱਲ ਦਾ ਪ੍ਰਾਸ਼ਚਿਤ ਭਾਵ ਪਛਤਾਵੇ ਦੀ ਭਾਵਨਾ ਬਾਬਤ ਜਾਣਨਾ ਜ਼ਰੂਰੀ ਹੈ ਵੀ ਵਾਕਈ ਉਹਨੂੰ ਆਪਣੀ ਭੁੱਲ ਦਾ ਅਹਿਸਾਸ ਹੈ ਕਿ ਐਵੇਂ ਦੁਬਾਰਾ ਫਿਰ ਅੰਮ੍ਰਿਤ ਪਾਨ ਕਰਨ ਆ ਗਏ। ਭੁੱਲ ਕਿਸ ਅਵਸਥਾ ਵਿੱਚ ਹੋਈ, ਕਿਉਂ ਹੋਈ, ਉਹਦੇ ਕੀ ਕਾਰਨ ਸੀ, ਉਸ ਅਵਸਥਾ ਨੂੰ ਜਾਣ ਕੇ 5 ਪਿਆਰੇ ਆਪਸ ਵਿੱਚ ਸਲਾਹ ਕਰਕੇ ਉਸ ਨੂੰ ਤਨਖਾਹ ਭਾਵ ਧਾਰਮਿਕ ਦੰਡ ਲਗਾ ਦਿੰਦੇ ਹਨ, ਜੇ ਬਣਦਾ ਹੋਵੇ ਤਾਂ। ਜੇ ਨਾ ਬਣਦਾ ਹੋਵੇ ਤਾਂ ਫਿਰ ਤਨਖਾਹ ਨਹੀਂ ਲਾਈ ਜਾਂਦੀ। ਤੇ ਦੂਜੇ ਪਾਸੇ ਇਹ ਜਿਹਨੇ ਭੁੱਲ ਕੀਤੀ ਹੋਈ ਹੋਵੇ ਉਹਨੂੰ ਖਿੜੇ ਮੱਥੇ ਤਨਖਾਹ ਪ੍ਰਵਾਨ ਕਰਨੀ ਚਾਹੀਦੀ ਹੈ। ਜੇ ਉਹ ਖਿੜੇ ਮੱਥੇ ਪ੍ਰਵਾਨ ਨਹੀਂ ਕਰਦਾ ਤਾਂ ਅੰਮ੍ਰਿਤ ਛਕਣ ਦਾ ਅਧਿਕਾਰੀ ਨਹੀਂ ਹੈ। ਤੇ ਅੱਗੇ ਲਈ ਸਾਵਧਾਨ ਰਹਿਣ ਲਈ ਵੀ ਪ੍ਰਣ ਕਰਨਾ ਪੈਂਦਾ ਹੈ ਵੀ ਜਿਹੜੀ ਭੁੱਲ ਹੋਈ ਉਹਦੇ ਲਈ ਸਾਵਧਾਨ ਹੋਣ ਦੀ ਵੀ ਤਾਕੀਦ ਕੀਤੀ ਜਾਂਦੀ ਹੈ। ਹੁਣ ਦੇਖੋ, ਇਸ ਮੱਧ ਵਿੱਚ ਇੱਕ ਮਰਿਆਦਾ ਦੱਸੀ ਗਈ ਹੈ ਕਿ ਉਸਨੇ ਹੋਸ਼ ਸੰਭਾਲੀ ਹੋਵੇ, ਰਹਿਤ ਵਿੱਚ ਪ੍ਰਬੱਕ ਰਹਿਣ ਲਈ ਪ੍ਰਣ ਕਰੇ। ਇਹਨੂੰ ਥੋੜਾ ਜਿਹਾ ਗੰਭੀਰਤਾ ਨਾਲ ਸਾਨੂੰ ਲੈਣ ਦੀ ਲੋੜ ਹੈ। ਅਨਭੂਲਤਾ ਵਿੱਚ ਹੋਈ ਕੁਰੈਤ ਜਾਂ ਅਵੱਗਿਆ ਨੂੰ ਛੱਡ ਕੇ ਜੇਕਰ ਕਿਸੇ ਕੋਲੋਂ ਕੋਈ ਕੁਰੈਤ ਹੋਈ ਹੈ ਤਾਂ ਉਸਨੂੰ ਮੁੜ ਅੰਮ੍ਰਿਤ ਛਕਣਾ ਪਵੇਗਾ। ਫਿਰ ਮੈਂ ਦੁਹਰਾ ਰਿਹਾ, ਅਨਭੂਲਤਾ ਵਿੱਚ ਹੋਈ ਕੁਰੈਤ ਜਾਂ ਅਵੱਗਿਆ ਨੂੰ ਛੱਡ ਕੇ ਜੇਕਰ ਕਿਸੇ ਕੋਲੋਂ ਕੋਈ ਕੁਰੈਤ ਹੋਈ ਹੈ ਤਾਂ ਉਹਨੂੰ ਦੁਬਾਰਾ ਅੰਮ੍ਰਿਤ ਛਕਣਾ ਪਵੇਗਾ। ਇਸ ਅੰਮ੍ਰਿਤ ਛਕਣ ਵਾਲੇ ਦੀ ਕਿਉਂ ਕੁਰੈਤ ਹੋਈ ਸਾਰੀ ਸੰਗਤ ਸਾਹਮਣੇ ਕਿਉਂ ਨਹੀਂ ਪੁੱਛਗਿੱਛ ਕੀਤੀ ਜਾਂਦੀ? ਪੰਜਾਂ ਦਾ ਅੰਮ੍ਰਿਤ ਦੇਣ ਵਾਲੇ 5 ਪਿਆਰਿਆਂ ਦਾ ਮਤਲਬ ਕਿਸੇ ਨੂੰ ਜਲੀਲ ਕਰਨਾ ਨਹੀਂ, ਜਾਂ ਕਿਸੇ ਦੀ ਇੱਜ਼ਤ ਨੂੰ ਰੋਲਣਾ ਨਹੀਂ, ਜਾਂ ਲੋਕਾਂ ਦੇ ਸਾਹਮਣੇ ਉਹਦੀ ਕੀਤੀ ਹੋਈ ਗਲਤੀ ਨੂੰ ਨਸ਼ਰ ਕਰਨਾ ਨਹੀਂ, ਕਿਉਂਕਿ ਗੁਰੂ ਹਮੇਸ਼ਾ ਬਖਸ਼ੰਦ ਹੈ। ਗੁਰੂ ਦਾ ਬਿਰਦ ਜੋ ਸ਼ਰਦ ਆਏ ਤਿਸ ਕੰਠ ਲਾਏ, ਇਹ ਬਿਰਦ ਸੁਆਮੀ ਸੰਦਾ ਹੈ, ਉਹਨੂੰ ਆਪਣੇ ਗਲੇ ਨਾਲ ਲਾਉਂਦੇ ਨੇ। ਫਿਰ ਉਹਨਾਂ ਦੇ ਗੁਨਾਹਾਂ ਨੂੰ ਜਾਂ ਉਹਨਾਂ ਦੇ ਕੀਤੀਆਂ ਹੋਈਆਂ ਭੁੱਲਾਂ ਨੂੰ ਸੰਗਤ ਵਿੱਚ ਸਾਂਝਾ ਕਰਕੇ ਨਸ਼ਰ ਕਰ ਦੇਣਾ, ਇਹ ਕਿਸੇ ਦੇ ਨਿੱਜੀ ਜੀਵਨ ਦਾ ਵਿੱਚ ਦਖਲ ਹੈ। ਇਸ ਵਾਸਤੇ ਉਹਨਾਂ ਨੂੰ ਅੱਡਰਾ ਕਰਕੇ ਤਨਖਾਹ ਜਾਂ ਸਜ਼ਾ ਲਾਈ ਜਾਂਦੀ ਹੈ। ਮੁੜ ਅੰਮ੍ਰਿਤ ਪਾਨ ਕਰਕੇ ਸਿੰਘ ਬਖਸ਼ਿਆ ਤਾਂ ਜਾਏਗਾ। ਇਹ ਇੱਕ ਬਹੁਤ ਵੱਡੀ ਜੀਵਨ ਵਿੱਚ ਸੱਟ ਜਿਹੀ ਵੱਜਦੀ ਹੈ ਕਿ ਗੁਰੂ ਨਾਲੋਂ ਟੁੱਟਣ ਦੀ ਨਿਸ਼ਾਨੀ
ਹਮੇਸ਼ਾ ਨਾਲ ਰਹਿ ਜਾਂਦੀ ਹੈ। ਜੇ ਮੈਂ ਟੁੱਟ ਗਿਆ ਸੀ, ਪਰ ਜਦੋਂ ਗੁਰੂ ਬਖਸ਼ ਦੇਵੇ, ਪਿਛਲੇ ਹੁਕਮ ਬਖਸ਼ ਦਿੰਦਾ, ਅੱਗੇ ਮਾਰਗ ਪਾ ਦਿੰਦਾ ਹੈ। ਇਹ ਦੂਜੇ ਧਰਮਾਂ ਨਾਲੋਂ ਸਾਡੀ ਇੱਕ ਨਿਵੇਕਲੀ ਨਿਆਰੀ ਚੀਜ਼ ਹੈ। ਭਾਈ ਗੁਰਦਾਸ ਜੀ ਇਸ ਬਾਰੇ ਕਈ ਹਵਾਲੇ ਦਿੰਦੇ ਹਨ। ਜੇ ਅਸੀਂ ਗੱਲ ਕਰੀਏ, ਜਿਹੜੀ ਭੁੱਲ ਅਸੀਂ ਆਪ ਕਰਦੇ ਹਾਂ, ਅਣਜਾਣੇ 'ਚ ਨਹੀਂ, ਜਾਣ-ਬੁੱਝ ਕੇ ਕੀਤੀ ਹੋਵੇ, ਵੀ ਜਿਵੇਂ ਜ਼ਖਮ ਹੋ ਜਾਣ, ਯਤਨ ਕਰਕੇ ਜ਼ਖਮ ਤਾਂ ਠੀਕ ਹੋ ਜਾਂਦੇ ਹਨ, ਪੀੜਾ ਤਾਂ ਦੂਰ ਹੋ ਜਾਂਦੀ ਹੈ, ਪਰ ਲਕੀਰ ਰਹਿ ਜਾਂਦੀ ਹੈ। ਕੱਪੜਾ ਫੜ ਜਾਏ, ਸਿਉਂ ਕੇ ਕੱਢਿਆ ਜਾ ਸਕਦਾ ਹੈ, ਨਗਨਤਾ ਦੂਰ ਕੀਤੀ ਜਾ ਸਕਦੀ ਹੈ, ਪਹਿਨਿਆ ਜਾ ਸਕਦਾ ਹੈ, ਪਰ ਉਹਦੀ ਸੀਨ ਨਜ਼ਰ ਜ਼ਰੂਰ ਆਉਂਦੀ ਰਹਿੰਦੀ ਹੈ। ਟੁੱਟੇ ਹੋਏ ਭਾਂਡੇ ਨੂੰ ਜਿਵੇਂ ਠਠੇਰਾ ਜੋੜ ਦਿੰਦਾ ਹੈ, ਉਹਦੇ ਵਿੱਚੋਂ ਪਾਣੀ ਤਾਂ ਨਹੀਂ ਰਿਸਦਾ, ਪਰ ਉਸ ਵਿੱਚ ਪਿਆ ਹੋਇਆ ਜੋੜ ਜਿਹੜਾ ਹੈ ਸਾਰਿਆਂ ਨੂੰ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਗੁਰੂ ਚਰਨਾਂ ਤੋਂ ਬੇਵਕ ਹੋਣ ਦਾ ਦੁੱਖ ਦੇਖ ਕੇ ਗੁਰੂ ਅੰਗੀਕਾਰ ਤਾਂ ਕਰ ਲੈਂਦਾ ਹੈ। ਇਹ ਨਹੀਂ ਗੁਰੂ ਬਖਸ਼ਦਾ ਨਹੀਂ। ਸਿੱਖ ਧਰਮ ਦੀ ਨਿਵੇਕਲਾਪਨ ਹੈ ਕਿ ਗੁਰੂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਵੀ, ਸਾਰੀਆਂ ਚੀਜ਼ਾਂ ਜਾਣਦਿਆਂ ਹੋਇਆਂ ਵੀ, ਪੰਜ ਪਿਆਰੇ ਜੋ ਗੁਰੂ ਸਰੂਪ ਵਿੱਚ ਹਨ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜੇ ਹਨ, ਉਹ ਸਾਰੀਆਂ ਚੀਜ਼ਾਂ ਨੂੰ ਵਾਚਦਿਆਂ ਹੋਇਆਂ ਵੀ ਗੁਨਾਹਾਂ ਨੂੰ ਬਖਸ਼ ਦਿੰਦੇ ਹਨ। ਇਸ ਵਾਸਤੇ ਬਿਨਾਂ ਕਿਸੇ ਆਪਣੀ ਚਲਾਕੀ ਦੇ ਜਾਂ ਆਪਣੀ ਸਿਆਣਪ ਦੇ ਆਪਣੀ ਕੀਤੀ ਹੋਈ ਗਲਤੀ ਨੂੰ ਪੰਜਾਂ ਨਾਲ ਸਾਂਝਾ ਕਰ ਲੈਣਾ ਚਾਹੀਦਾ ਹੈ। ਕਈ ਵਾਰੀ ਅਸੀਂ ਸ਼ਰਮਾਉਂਦੇ ਹਾਂ, ਝਕਦੇ ਹਾਂ, ਪਰ ਗੱਲ ਸਪਸ਼ਟ ਹੈ ਕਿ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਗੁਰੂ ਨਾਲ ਸਾਂਝਾ ਕਰ ਲੈਣਾ ਚਾਹੀਦਾ ਹੈ। ਅਸੀਂ ਦੇਖਦੇ ਹਾਂ, ਪਰ ਮੈਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਪਹਿਲਾਂ ਵੀ ਉਦਾਹਰਨ ਦਿੱਤੀ, ਉਹਨਾਂ ਦੇ ਜੀਵਨ ਨੂੰ ਵੀ ਪੜ੍ਹਿਆ। ਉਹਨਾਂ ਨੇ ਕੇਸਾਂ ਨੂੰ ਇੱਕ ਵਾਰੀ ਤਲਾਂਜਲੀ ਦੇ ਦਿੱਤੀ, ਪਰ ਜਦੋਂ ਉਹਨਾਂ ਤੇ ਕਿਰਪਾ ਹੋਈ, ਉਹਨਾਂ ਦੀ ਆਤਮਾ ਪੁਕਾਰ ਉੱਠੀ, ਮੈਂ ਗੁਰੂ ਤੋਂ ਬੇਮੁਖ ਹੋ ਕੇ ਵਿਧਵਾ ਹੋਣ ਦਾ ਦੁੱਖ ਦੇਖ ਚੁੱਕਾ ਹਾਂ। ਉਹਨਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਮੈਂ ਗੁਰੂ ਤੋਂ ਬੇਮੁਖ ਹੋ ਕੇ ਵਿਧਵਾ ਹੋਣ ਦਾ ਦੁੱਖ ਦੇਖ ਚੁੱਕਾ। ਇੰਨੀ ਪੀੜਤਾ ਹੈ, ਇੰਨੀ ਪੀੜਾ ਹੈ ਗੁਰੂ ਤੋਂ ਬੇਮੁਖ ਹੋਣ ਦੀ। ਇਹ ਹੋਣੀ ਵੀ ਚਾਹੀਦੀ ਹੈ, ਇਹਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ। ਜੇ ਇਹ ਅਹਿਸਾਸ ਨਾ ਹੋਇਆ ਤਾਂ ਅੱਗੋਂ ਰਸਤੇ ਤੇ ਚੱਲਣ ਦੀ ਗੱਲ ਵੀ ਸਮਝ ਨਹੀਂ ਆਏਗੀ। ਗੁਰੂ ਕੇ ਸਿੱਖ ਨੂੰ ਗੁਰੂ ਤੋਂ ਬੇਮੁਖ ਹੋਣ ਦੀ ਪੀੜਾ ਦਾ ਅਹਿਸਾਸ ਹਮੇਸ਼ਾ ਰਹਿਣਾ ਚਾਹੀਦਾ ਹੈ ਆਪਣੇ ਮਨ ਵਿੱਚ, ਫਿਰ ਗੁਰੂ ਬਖਸ਼ ਦਿੰਦਾ ਹੈ। ਗੁਰੂ ਕੋਲ ਜਦੋਂ ਅਸੀਂ ਪੀੜਾ ਦਾ ਅਹਿਸਾਸ ਰੱਖ ਕੇ ਜਾਂਦੇ ਹਾਂ ਤਾਂ ਗੁਰੂ ਸਾਡੇ ਸਾਰੇ ਗੁਨਾਹ ਨੂੰ ਬਖਸ਼ ਦਿੰਦਾ ਹੈ। ਹਮ ਅਪਰਾਧੀ ਸਦ ਭੂਲਤੇ ਵਾਲੀ ਅਵਸਥਾ ਹੈ ਤੇ ਉਹ ਬਖਸ਼ਣਹਾਰ ਹੈ। ਹਮਰੋ ਸਹਾਓ ਸਦਾ ਸਦ ਭੁੱਲਣ, ਤੁਮਰੋ ਬਿਰਧ ਪਥ ਉਦਰਨ। ਤੇਰਾ ਬਿਰਧ ਪਥਤਾ ਨੂੰ ਉਦਾਹਰਨ ਵਾਲਾ ਹੈ, ਤੂੰ ਪਾਰ ਕਰਨ ਵਾਲਾ ਹੈ। ਸਾਡੀ ਗਲਤੀਆਂ ਹਨ, ਹਮਰੋ ਸਹਾਓ ਸਦਾ ਸਦ ਭੁੱਲਣ। ਸਾਡਾ ਸੁਭਾਅ ਹੈ ਗਲਤੀਆਂ ਕਰਨ ਦਾ, ਪਰ ਮਾਲਕਾ ਤੇਰਾ ਸੁਭਾਅ ਹੈ ਬਖਸ਼ਣ ਦਾ। ਤੋ ਇੱਕ ਗੱਲ ਮੈਂ ਹੋਰ ਵੀ ਇੱਥੇ ਕਰਨੀ ਚਾਹੁੰਦਾ ਹਾਂ, ਇਸ ਮੱਧ ਨੂੰ ਜਿੰਨੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ, ਅੱਜ ਸਿੱਖ ਜਗਤ ਨੇ ਇਸ ਮੱਧ ਨੂੰ ਇੰਨੀ ਗੰਭੀਰਤਾ ਨਾਲ ਲਿਆ ਨਹੀਂ। ਇਸ ਤੇ ਵਿਚਾਰ ਕਰਨੀ ਜ਼ਰੂਰੀ ਬਣਦੀ ਹੈ। ਖਾਲਸੇ ਦੀ ਸਿਰਜਣਾ ਤੇ ਤੀਜੀ ਸ਼ਤਾਬਦੀ ਜੋ 1999 ਦੀ ਮੌਕੇ ਦੇ ਉੱਤੇ ਟਰੱਕਾਂ ਦੇ ਟਰੱਕ ਭਰ ਕੇ ਰਾਜਨੀਤਿਕ ਕਾਰਕੁਨਾਂ ਦੇ, ਰਾਜਨੀਤਿਕ ਵਰਕਰਾਂ ਦੇ ਕੇਸਗੜ੍ਹ ਸਾਹਿਬ ਲੈ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ। ਹਾਲਾਂਕਿ ਬਤੌਰ ਅਕਾਲੀ ਹੋਣ ਦੇ ਉਹਨਾਂ ਨੂੰ ਪਹਿਲਾਂ ਹੀ ਅੰਮ੍ਰਿਤ ਬੰਦ ਕੀਤਾ ਹੋਣਾ ਚਾਹੀਦਾ ਸੀ, ਕਿਉਂਕਿ ਅਕਾਲੀ ਪਾਰਟੀ ਦਾ ਜੋ ਬੇਸਿਕ ਸਿਧਾਂਤ ਸੀ, ਕੰਸਟੀਟਿਊਸ਼ਨ ਸੀ, ਵਿਧਾਨ ਸੀ, ਉਹਦੇ ਵਿੱਚ ਸ਼ਰਤ ਰੱਖੀ ਗਈ ਸੀ ਕਿ ਉਹਦਾ ਮੈਂਬਰ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਬਣ ਸਕਦਾ ਹੈ। ਭਾਵੇਂ ਉਹ ਸਾਰੀਆਂ ਸ਼ਰਤਾਂ ਉੱਡ ਗਈਆਂ, ਸੰਵਿਧਾਨ ਦੀ ਤਬਦੀਲੀ ਵੀ ਹੋ ਗਈ, ਹੁਣ ਤਾਂ ਹਰ ਕੋਈ ਭਾਵੇਂ ਕੇਸ ਰੱਖੇ ਜਾਂ ਨਹੀਂ ਰੱਖੇ, ਹਰ ਕੋਈ ਅਕਾਲੀ ਕਹਾਉਂਦਾ ਹੈ। ਉਹਨਾਂ ਦੇ ਪੋਸਟਰ ਦੇਖਦੇ ਆ, ਸਾਡਾ ਸਿਰ ਵੀ ਸ਼ਰਮ ਨਾਲ ਝੁਕ ਜਾਂਦਾ। ਜਿਹੜੇ ਸੜਕਾਂ ਤੇ ਲੱਗੇ ਹੋਰਡਿੰਗ ਦੇਖ ਕੇ ਫਲਾਣਾ ਅਕਾਲੀ, ਤੇ ਅਕਾਲੀ ਜਿਹੜਾ ਅਕਾਲ ਨੂੰ ਮੰਨਣ ਵਾਲਾ,
ਉਹਦੇ ਸਿਰ ਤੇ ਕੇਸ ਹੀ ਨਾ ਹੋਣ, ਤਾਂ ਫਿਰ ਤੁਸੀਂ ਦੇਖੋ ਸਿਰ ਸ਼ਰਮ ਨਾਲ ਝੁਕੇਗਾ, ਹੋਰ ਇਸ ਤੋਂ ਬਾਅਦ ਕੀ ਹੋ ਸਕੇਗਾ। ਤਾਂ ਇੱਥੇ ਜਿਹੜੀ ਗੱਲ ਕਰਨੀ ਹੈ, ਉਹਨਾਂ ਨੂੰ ਅੰਮ੍ਰਿਤ ਛਕਿਆ ਹੋਣਾ ਚਾਹੀਦਾ ਸੀ। ਉੱਥੇ ਨਾ ਕਿਸੇ ਨੂੰ ਪੁੱਛਿਆ ਗਿਆ ਕਿ ਉਹ ਪਹਿਲੀ ਵਾਰੀ ਅੰਮ੍ਰਿਤ ਛਕ ਰਿਹਾ ਜਾਂ ਮੁੜ ਕੇ ਅੰਮ੍ਰਿਤਪਾਨ ਕਰ ਰਿਹਾ, ਤੇ ਨਾ ਹੀ ਕਿਸੇ ਨੂੰ ਵੱਖ ਕਰਕੇ ਤਨਖਾਹ ਲਾਈ ਗਈ। ਇਹਦਾ ਮਤਲਬ ਇਹ ਹੈ ਵੀ ਇਸ ਮੱਧ ਨੂੰ ਬਹੁਤੀ ਮਹਾਨਤਾ ਦਿੱਤੀ ਨਹੀਂ ਗਈ। ਮੇਰੀ ਇਹ ਬੇਨਤੀ ਹੈ, ਇਹ ਮੱਧ ਬੜੀ ਮਿਹਣੇ ਰੱਖਦੀ ਹੈ। ਜਿਹੜੀ ਮੱਧ ਦੁਬਾਰਾ ਅੰਮ੍ਰਿਤ ਛਕਾਉਣ ਦੀ ਗੱਲ ਜਿੱਥੇ ਕੀਤੀ ਗਈ ਹੈ, ਇਹ ਜ਼ਰੂਰੀ ਮੱਧ ਹੈ। ਇੱਥੇ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਕਰ ਲੈਣਾ ਚਾਹੀਦਾ ਕਿ ਸਾਡੇ ਕੋਲੋਂ ਭੁੱਲ ਹੋ ਗਈ ਜਾਂ ਕੋਈ ਗਲਤੀ ਹੋ ਗਈ। ਅਗਲਾ ਮੱਧ ਹੈ, ਅੰਮ੍ਰਿਤ ਛਕਾਉਣ ਵੇਲੇ ਵਾਲੇ 5 ਪਿਆਰਿਆਂ ਵਿੱਚੋਂ ਕੋਈ ਇੱਕ ਸੱਜਣ ਅੰਮ੍ਰਿਤ ਛਕਣ ਦੇ ਅਭਿਲਾਖੀਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ। ਸਿੱਖ ਧਰਮ ਵਿੱਚ ਕੀਰਤਨ ਦੀ ਪੂਜਾ ਤਿਆਗ ਕੇ ਇੱਕ ਕਰਤਾਰ ਦੀ ਪ੍ਰੇਮਾ ਭਗਤੀ ਦੀ ਉਪਾਸਨਾ ਦੱਸੀ ਹੈ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ, ਸਾਧ ਸੰਗਤ ਤੇ ਪੰਥ ਦੀ ਸੇਵਾ, ਉਪਕਾਰ, ਨਾਮ ਦਾ ਪ੍ਰੇਮ ਤੇ ਅੰਮ੍ਰਿਤ ਛਕ ਕੇ ਰਹਿਤ ਬਹਿਤ ਰੱਖਣਾ ਮੁੱਖ ਸਾਧਨ ਹਨ। ਕੀ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ? ਹੁਣ ਇੱਥੇ ਸਭ ਤੋਂ ਪਹਿਲੀ ਸ਼ਰਤ ਹੈ ਸਿੱਖ ਧਰਮ ਦੇ ਅਸੂਲਾਂ ਨੂੰ ਸਮਝਾਉਣਾ। ਅੰਮ੍ਰਿਤ ਦੀ ਦਾਤ ਕਿਸੇ ਦਬਾਅ ਦੇ ਅਧੀਨ ਨਹੀਂ, ਬਲਕਿ ਆਪਣੀ ਇੱਛਾ ਤੇ ਦ੍ਰਿੜ ਇਰਾਦੇ ਨਾਲ ਹੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਲਈ ਪਹਿਲਾਂ 5 ਪਿਆਰਿਆਂ ਵੱਲੋਂ ਅੰਮ੍ਰਿਤ ਅਭਿਲਾਖੀਆਂ ਨੂੰ ਸਿੱਖ ਧਰਮ ਦੇ ਮੁੱਢਲੇ ਅਸੂਲ ਸਮਝਾਏ ਜਾਂਦੇ ਹਨ। ਇਹਨਾਂ ਵਿੱਚ ਪੁੱਛਿਆ ਕੀ ਜਾਂਦਾ ਹੈ, ਦੱਸਿਆ ਕੀ ਜਾਂਦਾ ਹੈ? ਸਭਨਾਂ ਨੂੰ ਦੱਸਿਆ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਕੇਵਲ ਇੱਕ ਕਰਤਾਰ ਦੀ ਪ੍ਰੇਮਾ ਭਗਤੀ ਤੇ ਉਹਦੀ ਪੂਜਾ ਉਪਾਸਨਾ ਦਾ ਵਿਧਾਨ ਹੈ। ਇੱਥੇ ਕੁਦਰਤ ਦੀ, ਕਿਰਤਮ ਦੀ ਭਾਵ ਅੱਗ ਦੀ, ਪਾਣੀ ਦੀ, ਬਨਸਪਤੀ ਦੀ, ਦੇਵੀ ਦੇਵਤਿਆਂ ਦੀ ਜਾਂ ਮਨੁੱਖ ਦਾਤ ਦੀ ਪੂਜਾ ਦਾ ਕੋਈ ਥਾਂ ਨਹੀਂ। ਇਹ ਗੱਲ ਦੱਸੀ ਜਾਵੇ। ਉਪਾਸਨਾ ਤੇ ਭਗਤੀ ਕੇਵਲ ਕਰਤੇ ਪੁਰਖ ਦੀ ਹੀ ਕੀਤੀ ਜਾ ਸਕਦੀ ਹੈ, ਉਸ ਦੀ ਕਿਰਤ ਦੀ ਨਹੀਂ। ਇਸ ਲਈ ਗੁਰਬਾਣੀ ਦਾ ਅਭਿਆਸ, ਸਾਧ ਸੰਗਤ ਤੇ ਪੰਥ ਦੀ ਸੇਵਾ ਲਈ ਤਤਪਰ ਰਹਿਣਾ, ਇਹ ਗੱਲ ਦੱਸੀ ਜਾਵੇ। ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਉਂਦੀ ਹੈ। ਸਦਾ ਸਦਾ ਸੋ ਸੇਵੀਐ, ਜੋ ਸਭ ਮੈਂ ਰਹੇ ਸਮਾਏ, ਅਵਰ ਦੂਜਾ ਕਿਉਂ ਸੇਵੀਐ, ਜਬ ਮੈਂ ਤੈ ਮਰ ਜਾਏ। ਇਹ ਸਤਿਗੁਰੂ ਜੀ ਦੇ ਪਾਵਨ 509 ਤੇ ਬਚਨ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ। ਤੇ ਜਿਹੜਾ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ, ਬਿਨ ਕਰਤਾਰ ਨਾ ਕੀਰਤਨ ਮਾਨੋ, ਆਦ ਅਜੋਨ ਅਜ਼ੈ ਅਬਿਨਾਸ਼ੀ ਤੇ ਪਰਮੇਸ਼ਰ ਜਾਨੋ। ਇੱਥੇ ਇਹਦੀ ਗੱਲ ਸਮਝਾਈ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਇਹ ਗੱਲ ਸਮਝਾਉਂਦੇ ਹਨ, ਇੱਕ ਮਨ ਇੱਕ ਆਰਾਧਨਾ, ਦੁਬਦਾ ਦੂਜਾ ਭਾਵ ਮਿਟਾਇਆ। ਇੱਕ ਦੀ ਆਰਾਧਨਾ ਕਰਨੀ। ਮਜ਼ਹਬ ਵਿੱਚ, ਸਾਡੇ ਧਰਮ ਵਿੱਚ ਦੂਜੇ ਦੀ ਪੂਜਾ ਦਾ ਕੋਈ ਵਿਧਾਨ ਨਹੀਂ। ਇਹ ਕਰਤਾਰ ਤੋਂ ਬਿਨਾਂ ਕਿਸੇ ਹੋਰ ਦੀ ਉਪਾਸਨਾ ਨਹੀਂ ਕਰਨੀ। ਇਹ ਗੱਲ ਸਮਝਾਈ ਜਾਵੇ। ਕਰਤਾਰ ਦੀ ਪ੍ਰੇਮਾ ਭਗਤੀ ਤੇ ਪੂਜਾ ਲਈ, ਕਰਤਾਰ ਦੀ ਪ੍ਰੇਮਾ ਭਗਤੀ ਤੇ ਪੂਜਾ ਲਈ ਸਿੱਖ ਧਰਮ ਵਿੱਚ ਪ੍ਰੇਮ ਅਤੇ ਵਿਚਾਰ ਨਾਲ ਨਾਮ ਬਾਣੀ ਦਾ ਅਭਿਆਸ ਹੈ। ਸਾਧ ਸੰਗਤ ਤੇ ਪੰਥ ਦੀ ਸੇਵਾ ਕਰਨੀ, ਸਰਬੱਤ ਦੇ ਭਲੇ ਲਈ ਉਪਕਾਰ ਕਰਨਾ, ਅੰਮ੍ਰਿਤ ਛਕਣ ਬਾਅਦ ਰਹਿਤਾਂ ਵਿੱਚ ਰਹਿਣਾ, ਇਹਦੇ ਮੁੱਖ ਸਾਧਨ ਹਨ। ਜਿਹੜੇ ਅੰਮ੍ਰਿਤ ਅਭਿਲਾਖੀਆਂ ਲਈ ਜ਼ਰੂਰੀ ਹਨ। ਇਹ ਗੱਲ ਬੜੀ ਸਪਸ਼ਟ ਹੈ ਕਿ ਸਾਰਾ ਕੁਝ ਦੱਸਣ ਤੋਂ ਬਾਅਦ ਇਹ ਸਮਝਾਇਆ ਜਾਵੇ, ਪੁੱਛਿਆ ਜਾਂਦਾ ਹੈ ਉਹਨਾਂ ਨੂੰ ਕਿ ਤੁਸੀਂ ਖੁਸ਼ੀ ਨਾਲ ਇਹ ਚੀਜ਼ਾਂ ਨੂੰ ਪ੍ਰਵਾਨ ਕਰਦੇ ਹੋ, ਕਿ ਤੁਹਾਨੂੰ ਕਿਸੇ ਨੇ ਜ਼ੋਰ ਜ਼ਬਰਦਸਤੀ ਜਾਂ ਲਾਲਚ ਦੇ ਕੇ ਸਿੱਖੀ ਵਿੱਚ ਸ਼ਾਮਿਲ ਕਰਨ ਦੀ, ਕੋਈ ਕਿਸੇ ਨੇ ਤੁਹਾਨੂੰ ਇਸ ਤਰ੍ਹਾਂ ਤਾਂ ਨਹੀਂ ਭੇਜਿਆ? ਫਿਰ ਮੈਂ ਬੇਨਤੀ ਕਰਦਿਆਂ, ਜ਼ੋਰ ਜ਼ਬਰਦਸਤੀ ਜਾਂ ਲਾਲਚ ਦੇ ਕੇ ਕਿਸੇ ਨੂੰ ਸਿੱਖੀ ਵਿੱਚ ਸ਼ਾਮਿਲ ਕਰਨਾ ਸਿੱਖ ਧਰਮ ਵਿੱਚ ਕਦਾਚਿਤ ਵੀ ਇਸ ਦੀ ਆਗਿਆ ਨਹੀਂ ਹੈ, ਬਿਲਕੁਲ ਆਗਿਆ ਨਹੀਂ ਹੈ। ਜਦੋਂ ਅੰਮ੍ਰਿਤ ਅਭਿਲਾਖੀ ਇਸ ਗੱਲਾਂ ਦਾ ਜਵਾਬ ਹਾਂ ਵਿੱਚ ਦੇਣ,
ਜੇ ਕੋਈ ਤਰਕ ਕਰਦਾ ਹੋਵੇ, ਜੇ ਕੋਈ ਮਾਮੂਲੀ ਸ਼ੰਕਾ ਹੋਵੇ ਤਾਂ ਉਹਨੂੰ ਨਿਵਰਤ ਕਰਨਾ ਪੰਜਾਂ ਦਾ ਫਰਜ਼ ਹੈ। ਪਰ ਜੇ ਕੋਈ ਤਰਕ ਕਰੇ, ਸਵਾਲ ਜਵਾਬ ਦੇ ਵਿੱਚ ਫਸ ਜਾਵੇ, ਤਾਂ ਉਸ ਨੂੰ ਇਸ ਦਾ ਮਤਲਬ ਗੁਰੂ ਤੇ ਵੀ ਸ਼ੱਕ ਹੈ, ਤਾਂ ਉਹਨੂੰ ਅੰਮ੍ਰਿਤ ਭੁਲਾਖਿਆਂ ਵਿੱਚ ਸ਼ਾਮਿਲ ਕਰ ਦੇਣ ਤੋਂ ਇਨਕਾਰ ਕਰ ਦੇਣਾ ਹੀ ਉਚਿਤ ਹੋਵੇਗਾ। ਜਿਹਨੂੰ ਭਰੋਸਾ ਨਹੀਂ ਹੈ, ਉਸ ਭਰੋਸੇ ਤੋਂ ਬਿਨਾ ਅੰਮ੍ਰਿਤ ਦੀ ਦਾਤ ਲੈਣ ਦਾ ਵੀ ਕੋਈ ਲਾਭ ਨਹੀਂ, ਕਿਉਂਕਿ ਭਰੋਸਗੀ ਦੀ ਯਾਤਰਾ ਹੈ ਸਿੱਖੀ ਵਿੱਚ, ਵਿਸ਼ਵਾਸ ਦੀ ਯਾਤਰਾ ਹੈ। ਸਿੱਖ ਧਰਮ ਸਾਰਾ ਹੀ ਵਿਸ਼ਵਾਸ ਉੱਤੇ ਖੜਾ ਹੈ। ਹਰ ਨਵੇਂ ਅੰਮ੍ਰਿਤਧਾਰੀ ਨੂੰ ਸਿੱਖ ਰਾਜ ਮਰਿਆਦਾ ਦੀ ਇੱਕ ਕਾਪੀ ਦੇਣ ਬਾਰੇ ਵੀ ਇੱਕ ਮਤਾ ਪਾਸ ਹੋਇਆ ਸੀ 5 ਜੂਨ 1997 ਦਾ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮਤਾ ਸੀ। ਉਸੇ ਜਿੱਥੇ ਅੰਮ੍ਰਿਤ ਭੁਲਾਖਿਆਂ ਨੂੰ ਅੰਮ੍ਰਿਤਪਾਨ ਕਰਵਾਉਣ ਸਮੇਂ ਵੱਡੀ ਪੱਧਰ ਤੇ ਪ੍ਰਬੰਧ ਕੀਤੇ ਜਾਂਦੇ ਹਨ, ਉੱਥੇ ਭਵਿੱਖ ਵਿੱਚ ਅੰਮ੍ਰਿਤਪਾਨ ਕਰਨ ਵਾਲੇ ਹਰੇਕ ਪ੍ਰਾਣੀ ਨੂੰ ਪ੍ਰਵਾਨਿਤ ਰਹਿਤ ਮਰਿਆਦਾ ਦੀ ਇੱਕ ਕਾਪੀ ਵੀ ਦਿੱਤੀ ਜਾਇਆ ਕਰੇ, ਤਾਂ ਜੋ ਉਹਨੂੰ ਸਮੇਂ ਗੌਰ ਨਾਲ ਪੜ੍ਹ ਕੇ ਉਸ ਤੇ ਅਮਲ ਵੀ ਕਰ ਸਕਣ। ਇੱਥੇ ਬੜੀ ਗੱਲ ਸਪਸ਼ਟ ਹੋ ਗਈ ਕਿ ਹਾਂ ਦਾ ਜਵਾਬ ਆਉਣ ਤੇ ਪਿਆਰਿਆਂ ਵਿੱਚੋਂ ਇੱਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ। ਇੱਥੇ ਜ਼ਰੂਰੀ ਹੈ 5 ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਦੇ ਪਾਸ ਆ ਕੇ ਬੈਠਣ। ਹੁਣ ਇੱਥੇ 5 ਪਿਆਰਿਆਂ ਦਾ ਵੀ ਵੀਰ ਆਸਣ ਹੋਣਾ, ਹੋ ਕੇ ਬੈਠਣਾ। 5 ਪਿਆਰਿਆਂ ਦਾ ਜਿਹੜਾ ਅਰਦਾਸ ਤੋਂ ਬਾਅਦ ਹੁਕਮ ਲੈਣ ਤੋਂ ਬਾਅਦ ਜੋ ਅੰਮ੍ਰਿਤ ਤਿਆਰ ਕਰਨਾ ਹੈ, ਉਹਦੀ ਵਿਧੀ ਹੈ ਬੈਠਣ ਦੀ। ਸੱਜਾ ਗੋਡਾ ਜ਼ਮੀਨ ਨਾਲ ਲਾ ਕੇ ਖੱਬੀ ਲੱਤ ਦਾ ਪੂਰਾ ਭਾਰ ਉਹਦੇ ਤੇ ਪਾਉਣਾ, ਵੀਰ ਆਸਣ ਹੋ ਕੇ ਬੈਠਣਾ। ਇਹ ਵਿਧਾਨ ਹੈ। ਹਾਂ ਦਾ ਜਵਾਬ ਆਉਣ ਤੇ ਪਿਆਰਿਆਂ ਵਿੱਚੋਂ ਇੱਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ। 5 ਪਿਆਰੇ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬੈਠਣ। ਫਿਰ ਅਗਲੀ ਸ਼ਰਤ ਹੈ ਬਾਟਾ ਸਰਬਲੋਹ ਦਾ ਹੋਵੇ ਤੇ ਚੌਂਕੀ ਸੁਨਹਿਰੇ ਆਦਿ ਕਿਸੇ ਸਵੱਛ ਚੀਜ਼ ਤੋਂ ਰੱਖਿਆ ਜਾਵੇ। ਬਾਟਾ ਸਰਬਲੋਹ ਦਾ ਜ਼ਰੂਰੀ। ਭੁਲਾਖੀਆਂ ਵੱਲੋਂ ਹਾਂ ਦਾ ਉੱਤਰ ਆਉਣ ਤੇ 5 ਪਿਆਰਿਆਂ ਵਿੱਚੋਂ ਇੱਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਸੋਧਦਾ ਹੈ। ਫਿਰ 5 ਪਿਆਰੇ ਅੰਮ੍ਰਿਤ ਤਿਆਰ ਕਰਦੇ ਹਨ ਤੇ ਜ਼ਰੂਰੀ ਹੈ ਕਿ ਅੰਮ੍ਰਿਤ ਤਿਆਰ ਕਰਨ ਲਈ ਖੰਡਾ ਅਤੇ ਬਾਟਾ ਦੋਨੇ ਹੀ ਪੂਰੇ ਸਮੁੱਚੇ ਲੋਹੇ ਦੇ ਹੋਣ। ਕਿਸੇ ਵੀ ਹੋਰ ਧਾਤ ਦੇ ਵਰਤਨ ਦੀ ਆਗਿਆ ਨਹੀਂ ਹੈ, ਨਾ ਹੀ ਪ੍ਰਵਾਨਗੀ ਹੈ। ਇਹ ਵੀ ਜ਼ਰੂਰੀ ਹੈ ਕਿ ਖੰਡਾ ਬਾਟਾ ਬਹੁਤ ਚੰਗੀ ਤਰ੍ਹਾਂ ਮਾਂਜ ਕੇ ਚੰਗੀ ਤਰ੍ਹਾਂ ਸਾਫ਼ ਕੀਤੇ ਜਾਣ। ਇਸ ਤੋਂ ਭਾਵ ਹੈ ਕਿ ਚਿਰ ਬਾਅਦ ਖੰਡਾ ਬਾਟਾ ਵਰਤਣਾ ਹੋਵੇ ਤਾਂ ਅਕਸਰ ਸਮਾਂ ਪਾ ਕੇ ਲੋਹੇ ਨੂੰ ਥੋੜਾ ਬਹੁਤ ਜੰਗਾਲ ਲੱਗ ਜਾਂਦਾ ਹੈ, ਜੋ ਕਿ ਅੱਛੀ ਚੰਗੀ ਚੀਜ਼ ਨਹੀਂ। ਖੰਡਾ ਇਸ ਵਾਸਤੇ ਖੰਡੇ ਤੇ ਬਾਟੇ ਨੂੰ ਪੂਰੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਹੈ। ਖੰਡਾ ਬਾਟਾ ਕਿਸੇ ਸਮੇਂ ਸੰਭਾਲ ਕੇ ਰੱਖਿਆ ਹੋਇਆ ਸਾਫ਼ ਸੁਥਰਾ, ਇਹ ਕਹਿ ਲਈਏ ਚਮਕਦਾ ਹੋਇਆ ਹੋਣਾ ਜ਼ਰੂਰੀ ਹੈ। ਤਾਂ ਬਾਟੇ ਦੇ ਟਿਕਾਉਣ ਦੇ ਲਈ ਥੱਲੇ ਸੁਨਹਿਰਾ ਕੁੰਡੇ ਨੂੰ ਕਹਿੰਦੇ ਨੇ, ਜਿਹਦੇ ਚ ਅਸੀਂ ਕੁੱਟਦੇ ਹਾਂ। ਚੌਂਕੀ ਜਾਂ ਕੁੰਡਾ ਜਿਹੜਾ ਹੈ ਜਿਹਦੇ ਉੱਤੇ ਰੱਖ ਕੇ ਅਸੀਂ ਕੋਈ ਆਪਣਾ ਘਰਾਂ ਦੇ ਵਿੱਚ ਅਸੀਂ ਵਰਤੋਂ ਕਰਦੇ ਹਾਂ, ਤੇ ਉਹਨੂੰ ਥੱਲੇ ਰੱਖਿਆ ਜਾਂਦਾ ਹੈ। ਜਾਂ ਕਿਸੇ ਪ੍ਰਕਾਰ ਦੀ ਕਿਸੇ ਹੋਰ ਸਾਫ਼ ਸੁਥਰੀ ਚੀਜ਼ ਦਾ ਹੋਣਾ ਜ਼ਰੂਰੀ ਹੈ, ਤਾਂ ਜੋ ਅੰਮ੍ਰਿਤ ਦੀ ਤਿਆਰੀ ਦੌਰਾਨ ਬਾਟੇ ਨੂੰ ਟਿਕਾ ਕੇ ਰੱਖਣ ਵਿੱਚ ਮਦਦ ਮਿਲਦਾ ਹੈ। ਉਹਦਾ ਮਕਸਦ ਸਿਰਫ ਬਾਟੇ ਨੂੰ ਟਿਕਾਉਣਾ ਹੈ, ਹੋਰ ਉਹਦਾ ਕੋਈ ਮਨੋਰਥ ਨਹੀਂ ਹੈ। ਤਾਂ ਅੰਮ੍ਰਿਤ ਪਾਣ ਲਈ ਬਾਟਾ ਚਾਹੀਦਾ ਹੈ। ਇਹ ਬਾਟਾ ਕੇਵਲ ਸਰਬਲੋਹ ਦਾ ਹੋਣਾ ਚਾਹੀਦਾ ਹੈ, ਕਿਸੇ ਹੋਰ ਧਾਤ ਜਾਂ ਭਾਂਡਾ ਬਰਤਨ ਪ੍ਰਵਾਨ ਨਹੀਂ। ਪੱਥਰ ਯੁੱਗ ਤੋਂ ਬਾਅਦ ਲੋਹੇ ਦਾ ਯੁੱਗ ਆਇਆ। ਭਾਰਤੀ ਸੰਸਕ੍ਰਿਤੀ ਨੇ ਕਈ ਭਰਮਾਂ ਤੇ ਵਹਿਮਾਂ ਨੂੰ ਲੋਹੇ ਦੇ ਨਾਲ ਜੋੜ ਲਿਆ। ਇਸ ਵਿੱਚ ਲੋਹੇ ਤੋਂ ਨਫ਼ਰਤ ਤੇ ਵਿਰੋਧ ਦਾ ਜਾਂ ਲੋਹੇ ਤੋਂ ਕਿਸੇ ਡਰ ਕਰਕੇ ਇਹਦੇ ਵਿੱਚ ਸ਼ਾਮਲ ਕਰ ਲਿਆ ਗਿਆ।
ਲੋਕ ਮਾਨਤਾਵਾਂ ਮੁਤਾਬਕ ਲੋਹੇ ਦੀ ਬਣੀ ਹੋਈ ਘੋੜੇ ਦੀ ਨਾਲ ਨੂੰ ਨਵੇਂ ਘਰ ਦੇ ਬੂਹੇ ਦੀ ਚੁਗਾੜ ਤੇ ਕਿੱਲਾਂ ਨਾਲ ਠੁਕਿਆ ਜਾਂਦਾ ਸੀ, ਤਾਂ ਕਿ ਭੂਤ ਪ੍ਰੇਤਾਂ ਆਤਮਾਵਾਂ ਦਾ ਤੋਂ ਛੁਟਕਾਰਾ ਹੋ ਸਕੇ, ਨੇੜੇ ਨਾ ਆਉਣ। ਇੱਕ ਵਹਿਮ ਪਾਇਆ ਜਾਂਦਾ ਸੀ ਕਿ ਲੋਹੇ ਦੇ ਨਵੇਂ ਬਾਲਕ ਦੇ ਜੰਮ ਪਵੇ ਤਾਂ ਨੇੜੇ ਰੱਖ ਦਿਓ ਤਾਂ ਉਹਨੂੰ ਸੂਤਕ ਜਿਹੜਾ ਹੈ ਉਹ ਘਰ 'ਚ ਨਹੀਂ ਆਉਂਦਾ। ਇੱਕ ਵਹਿਮ ਪਾਇਆ ਜਾਂਦਾ ਸੀ, ਜਾਂ ਕੋਈ ਹੋਰ ਮਾੜੀ ਚੀਜ਼ਾਂ ਜਿਹੜੀਆਂ ਆ ਕੇ ਉਹਨੂੰ ਚੰਬੜਦੀਆਂ ਨਹੀਂ, ਇੱਕ ਵਹਿਮ ਸੀ। ਇਹ ਕਿਉਂ ਰੱਖਿਆ ਜਾਂਦਾ ਸੀ ਕਿ ਉਹਦੇ ਤੇ ਕੋਈ ਮਾੜਾ ਸਾਇਆ ਨਾ ਕਿਸੇ ਦਾ ਪੈ ਜਾਏ। ਕਈ ਇਹੋ ਜਿਹੇ ਵਹਿਮ ਵੀ ਮੰਨੇ ਜਾਂਦੇ ਸਨ ਭਾਰਤੀ ਸਮਾਜ ਵਿੱਚ। ਲੋਹੇ ਦੇ ਭਾਂਡੇ ਖੜਕਾਉਣ ਨੂੰ ਵੀ ਅਸ਼ੁਭ ਜਿਹਾ ਮੰਨਿਆ ਜਾਂਦਾ ਸੀ। ਸ਼ਾਸਤਰਾਂ ਨੇ ਲੋਹੇ ਦੇ ਭਾਂਡਿਆਂ ਦੀ ਵਰਤੋਂ ਦੀ ਸਖਤ ਮਨਾਹੀ ਕੀਤੀ ਹੈ। ਬ੍ਰਾਹਮਣ ਦੇ ਗ੍ਰੰਥ ਅਤਰੀ ਸੰਹਿਤਾ ਸਪਸ਼ਟ ਆਦੇਸ਼ ਹੈ, ਜਿਹੜਾ ਅੰਨ ਲੋਹੇ ਦੇ ਬਰਤਨ ਵਿੱਚ ਖਾਧਾ ਜਾਂਦਾ ਹੈ ਉਹ ਵਿਸ਼ਟਾ ਦੇ ਤੌਰ ਤੇ ਤਿਆਗਣ ਯੋਗ ਹੈ। ਇਤਨਾ ਹੀ ਨਹੀਂ, ਇਸ ਵਿੱਚ ਖਾਧੇ ਪਦਾਰਥ ਨੂੰ ਦੇਣ ਵਾਲਾ ਦਾਤਾ ਵੀ ਨਰਕ ਵਿੱਚ ਜਾਂਦਾ ਹੈ। ਉਹਨਾਂ ਦੇ ਇਹ ਗ੍ਰੰਥ 'ਚ ਲਿਖੀ ਹੋਈ ਹੈ, ਅਤਰੀ ਸੰਹਿਤਾ ਸ਼ਲੋਕ ਨੰਬਰ 150 ਹੈ, ਜੋ ਉਹਦੇ ਵਿੱਚ ਲਿਖਿਆ ਹੋਇਆ। ਇੱਕ ਪਾਸੇ ਬ੍ਰਾਹਮਣੀ ਗ੍ਰੰਥਾਂ ਨੇ ਲੋਹੇ ਦੇ ਭਾਂਡੇ ਵਿੱਚ ਖਾਣ ਵਾਲੇ ਨੂੰ ਵਿਸ਼ਟਾ ਖਾਣ ਦੇ ਤੁਲ ਕਰਾਰ ਦਿੱਤਾ ਤੇ ਲੋਹੇ ਦੇ ਬਰਤਨ ਵਿੱਚ ਕਿਸੇ ਨੂੰ ਦੇਣ ਵਾਲੇ ਨੂੰ ਨਰਕਾਂ ਦਾ ਭਾਗੀ ਕਹਿ ਦਿੱਤਾ। ਗੁਰੂ ਸਾਹਿਬ ਜੀ ਨੇ, ਸਤਿਗੁਰੂ ਜੀ ਨੇ, ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀ ਦ੍ਰਿੜਤਾ ਦੇ ਨਾਲ ਸਾਨੂੰ ਗੁਰਬਾਣੀ ਦੀ ਇਹ ਪੰਕਤੀ ਦ੍ਰਿੜ ਕਰਵਾਈ, ਫੂਟੋ ਆਂਡਾ ਭਰਮ ਕਾ ਮਨੇ ਭਿਓ ਪ੍ਰਗਾਸ, ਕਾਟੀ ਬੇੜੀ ਪਗਾਂ ਤੇ ਗੁਰ ਕਿੰਨੀ ਬੰਦ ਖਲਾਸ। ਇਹ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 102,000 ਤੇ ਬਚਨ ਹਨ। ਕਹਿੰਦੇ ਸਾਡੇ ਭਰਮਾਂ ਦੀਆਂ ਪੈਰਾਂ 'ਚ ਪਈਆਂ ਹੋਈਆਂ ਬੇੜੀਆਂ ਨੂੰ ਗੁਰੂ ਨੇ ਕੱਢ ਦਿੱਤਾ, ਭਰਮਾਂ ਦੇ ਵਹਿਮ ਭਰਮ ਦੇ ਆਂਡੇ ਭੰਨ ਦਿੱਤੇ, ਮਨ ਵਿੱਚ ਗਿਆਨ ਦੀ ਰੋਸ਼ਨੀ ਕਰ ਦਿੱਤੀ, ਚਾਨਣ ਕਰ ਦਿੱਤਾ। ਸਤਿਗੁਰੂ ਦੇ ਰੱਬੀ ਗਿਆਨ ਦੇ ਨਾਲ ਫੂਟੋ ਆਂਡਾ ਭਰਮ ਕਾ ਮਨੇ ਭਿਓ ਪ੍ਰਗਾਸ, ਮਨ ਵਿੱਚ ਸਮਝ ਆ ਗਈ ਸਾਰੀ ਗੱਲਬਾਤ ਦੀ, ਔਰ ਗੁਰੂ ਨੇ ਪੈਰਾਂ 'ਚ ਪਈਆਂ ਹੋਈਆਂ ਭਰਮਾਂ ਵਹਿਮਾਂ ਦੀਆਂ ਬੇੜੀਆਂ ਨੂੰ ਕੱਟ ਕੇ ਸਾਨੂੰ ਬੰਦ ਖਲਾਸੀ ਕਰ ਦਿੱਤਾ, ਪਖੰਡਾਂ ਤੋਂ ਉੱਤੇ ਚੁੱਕ ਦਿੱਤਾ। ਭਰਮ ਦੇ ਇਸ ਗੜ ਨੂੰ ਗੁਰਬਾਣੀ ਨੇ ਚੂਰ ਚੂਰ ਕਰਕੇ ਰੱਖ ਦਿੱਤਾ, ਔਰ ਸਭ ਤੋਂ ਕੀਮਤੀ ਜਨਮ ਮਰਨ ਦੂਰ ਕਰਨ ਵਾਲੀ ਵਸਤੂ ਭਾਵ ਅੰਮ੍ਰਿਤ ਦੀ ਦਾਤ ਸਰਬਲੋਹ ਦੇ ਭਾਂਡੇ ਵਿੱਚ ਸਰਬਲੋਹ ਦੇ ਖੰਡੇ ਨਾਲ ਤਿਆਰ ਕਰਨ ਦੀ ਹਦਾਇਤ ਕਰਕੇ ਗੁਰੂ ਸਾਹਿਬ ਜੀ ਨੇ ਇਹਨਾਂ ਚਲੀਆਂ ਹੋਈਆਂ ਮਰਿਆਦਾ ਜਿਹੜੀਆਂ ਪਰੰਪਰਾਵਾਂ ਸਨ ਉਹਨਾਂ ਨੂੰ ਬਿਲਕੁਲ ਨਕਾਰ ਦਿੱਤਾ। ਇਸੇ ਵਾਸਤੇ ਤੇ ਸਰਬਲੋਹ ਲਫ਼ਜ਼ ਜਿਹੜਾ ਸੀ ਉਹ ਵਰਤਿਆ ਗਿਆ। ਅਸੀਂ ਤਾਂ ਗੁਰੂ ਦੇ ਸਦਕੇ ਜਾਂਦੇ ਹਾਂ, ਸੋ ਸਤਿਗੁਰ ਧੰਨ ਧੰਨ ਜਿਹਨੇ ਭਰਮ ਗੜ ਤੋੜਿਆ। ਗੁਰੂ ਵਾਹ ਗੁਰੂ ਤੇਰੇ ਤੋਂ ਸਦਕੇ ਤੋ ਸਾਰੇ ਭਰਮ ਵਹਿਮ ਸਾਰੇ ਤੋੜ ਦਿੱਤੇ। ਸੰਸਾਰ ਵਿੱਚ ਪਈਆਂ ਹੋਈਆਂ ਬੰਧਨਾਂ ਭਰਮ ਪਖੰਡਾਂ ਦੀਆਂ ਬੀੜੀਆਂ ਨੂੰ ਗੁਰੂ ਨੇ ਕੱਢ ਦਿੱਤਾ ਗੁਰੂ ਦੇ ਸ਼ਬਦ ਦੇ ਨਾਲ। ਐਸਾ ਗਿਆਨ ਗੁਰੂ ਨੇ ਬਖਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬਲੋਹ ਦਾ ਖੰਡਾ ਖੜਕਾਇਆ, ਸਰਬਲੋਹ ਦੇ ਬਾਟੇ ਵਿੱਚ ਅੰਮ੍ਰਿਤ ਦੀ ਦਾਤ ਬਖਸ਼ ਕੇ ਗੁਰੂ ਪਾਤਸ਼ਾਹ ਜੀ ਨੇ ਸ਼ਸਤਰ ਤਿਆਰ ਕਰਾਏ। ਇਸ ਸਰਬਲੋਹ ਦੇ ਸ਼ਸਤਰ ਵੀ ਤਿਆਰ ਹੋਏ ਔਰ ਖਾਲਸੇ ਨੂੰ ਨਿਆਰਾਪਨ ਬਖਸ਼ ਕੇ ਗੁਰੂ ਸਾਹਿਬ ਜੀ ਨੇ ਇਸ ਵਹਿਮ ਤੇ ਭਰਮ ਨੂੰ ਤੋੜ ਕੇ ਇੱਕ ਨਵਾਂ ਜੀਵਨ ਦੇ ਦਿੱਤਾ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਉਸ ਚੱਲੀ ਹੋਈ ਭਰਮ ਤੋੜਨ ਦੀ ਮਰਿਆਦਾ ਨੂੰ ਪੰਥ ਨੇ ਪ੍ਰਵਾਨਗੀ ਦਿੰਦਿਆਂ ਹੋਇਆ ਇਸ ਲਿਖ ਦਿੱਤਾ ਕਿ ਬਾਟਾ ਸਰਬਲੋਹ, ਬਾਟਾ ਤੇ ਖੰਡਾ ਸਰਬਲੋਹ ਦੇ ਹੋਣੇ ਜ਼ਰੂਰੀ ਹਨ। ਬਾਟੇ ਦੇ ਟਿਕਾਅ ਵਾਸਤੇ ਥੱਲੇ ਚੌਂਕੀ ਜਾਂ ਸੁਨਹਿਰਾ ਕੁੰਡਾ ਜਾਂ ਕਿਸੇ ਪ੍ਰਕਾਰ ਦੀ ਕੋਈ ਹੋਰ ਸਾਫ਼ ਸੁਥਰੀ ਚੀਜ਼ ਦਾ ਹੋਣਾ ਜ਼ਰੂਰੀ ਹੈ, ਤਾਂ ਕਿ ਅੰਮ੍ਰਿਤ ਦੀ ਤਿਆਰੀ ਦੌਰਾਨ ਬਾਟੇ ਨੂੰ ਟਿਕਾ ਕੇ ਰੱਖਣ ਵਿੱਚ ਸਹਾਇਤਾ ਮਿਲ ਸਕੇ। ਅਗਲੀ ਮੱਤ ਹੈ, ਬਾਟੇ ਵਿੱਚ ਸਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ ਗਿਰਦ ਵੀਰ ਆਸਨ ਹੋ ਕੇ ਬੈਠਣ। ਅੰਮ੍ਰਿਤ ਤਿਆਰ ਕਰਨ ਲਈ ਸਰਬਲੋਹ ਦੇ ਬਾਟੇ ਵਿੱਚ ਸਵੱਛ ਜਲ ਤੇ ਪਤਾਸੇ ਪਾ ਕੇ ਲੋਹੇ ਦੇ ਖੰਡੇ ਨਾਲ, ਲੋਹੇ ਦੇ ਕੰਡਾ ਉਹਦੇ ਵਿੱਚ ਫੇਰਨਾ ਪੈਂਦਾ ਹੈ।
ਇਹਦੇ ਬਾਰੇ ਇੱਕ ਪੁੱਛ ਆਉਂਦੀ ਹੈ। ਚੌਂਕ ਬਾਬਾ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਕੀਮ ਗਜਿੰਦਰ ਸਿੰਘ ਨੇ ਧਾਰਮਿਕ ਸਲਾਹਕਾਰ ਕਮੇਟੀ ਤੋਂ ਜਾਣਨਾ ਚਾਹਿਆ ਕਿ ਅੰਮ੍ਰਿਤ ਦੀ ਤਿਆਰੀ ਸਮੇਂ ਇਸ ਵਿੱਚ ਪਤਾਸਿਆਂ ਦੀ ਥਾਂ ਤੇ ਮਿਸ਼ਰੀ, ਗੁੜ ਜਾਂ ਖੰਡ ਪਾਈ ਜਾ ਸਕਦੀ ਹੈ। ਇਸ ਦੇ ਜਵਾਬ ਵਿੱਚ ਧਾਰਮਿਕ ਸਲਾਹਕਾਰ ਕਮੇਟੀ ਨੇ 7 ਜਨਵਰੀ 1945 ਨੂੰ ਮਤਾ ਨੰਬਰ 12 ਰਾਹੀਂ ਨਿਰਣਾ ਦਿੱਤਾ ਕਿ ਪਤਾਸਿਆਂ ਦੀ ਥਾਂ ਤੇ ਹੋਰ ਕੋਈ ਚੀਜ਼ ਨਹੀਂ ਪਾਈ ਜਾ ਸਕਦੀ, ਪਤਾਸੇ ਹੀ ਵਰਤੇ ਜਾ ਸਕਦੇ ਹਨ। ਅੱਜ ਵੀ ਕਈ ਸਵਾਲ ਕਰਦੇ ਹਨ ਵੀ ਜੇ ਪਤਾਸਿਆਂ ਦੀ ਥਾਂ ਕੋਈ ਹੋਰ ਚੀਜ਼ ਪਾ ਲਓ, ਮਿੱਠਾ ਹੀ ਕਰਨਾ ਹੈ। ਪਰ ਸ਼੍ਰੋਮਣੀ ਕਮੇਟੀ ਨੇ ਮਤਾ ਨੰਬਰ 12 7 ਜਨਵਰੀ 1945 ਦੇ ਮਤੇ ਰਾਹੀਂ ਇਹ ਜਵਾਬ ਦਿੱਤਾ। ਕੁਛ ਜੋ ਹਕੀਮ ਗਜਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ, ਜਦੋਂ ਇਹ ਪੁੱਛ ਕੀਤੀ ਤਾਂ ਇੱਥੇ ਅਗਲੇ ਨਾਲ ਮੱਦ ਲਿਖੀ ਹੋਈ ਹੈ, ਮਰਿਆਦਾ ਤੇ ਪਰੰਪਰਾ ਅਨੁਸਾਰ ਕੇਵਲ ਪਤਾਸਿਆਂ ਦੀ ਵਰਤੋਂ ਹੀ ਹੋਣੀ ਚਾਹੀਦੀ ਹੈ। ਹੋਰ ਕੋਈ ਚੀਜ਼ ਇੱਥੇ ਹੋਰ ਮਿੱਠਾ ਕਿਸੇ ਕਿਸਮ ਦਾ ਨਹੀਂ ਵਰਤਿਆ ਜਾ ਸਕਦਾ। ਇਸ ਬਾਟੇ ਦੇ ਇਰਦ ਗਿਰਦ 5 ਪਿਆਰੇ ਵੀਰ ਆਸਣ ਹੋ ਕੇ ਬੈਠ ਜਾਣ। ਵੀਰ ਆਸਣ ਦੀ ਵਿਆਖਿਆ ਸਿੱਖ ਰਹਿਤ ਮਰਿਆਦਾ ਦੀ ਇਸ ਮੱਧ ਦੇ ਫੁੱਟਨੋਟ ਦੇ ਵਿੱਚ ਕਰ ਦਿੱਤੀ ਗਈ ਹੈ। ਇਸ ਵਿੱਚ ਸੱਜਾ ਗੋਡਾ ਜ਼ਮੀਨ ਤੇ ਰੱਖ ਕੇ ਸੱਜੀ ਲੱਤ ਦਾ ਭਾਰ ਪੈਰ ਤੇ ਰੱਖ ਕੇ ਬੈਠਣਾ ਤੇ ਖੱਬਾ ਗੋਡਾ ਉੱਚਾ ਕਰਕੇ ਰੱਖਣਾ। ਇਹ ਜਿਵੇਂ ਬੰਦੂਕਚੀ ਜਾਂ ਚਲਾਉਣ ਦੀ ਮੁਦਰਾ ਵਿੱਚ ਬੈਠਦਾ ਹੈ, ਉਸ ਤਰ੍ਹਾਂ ਦੀ ਵੀਰ ਆਸਣ ਦੀ ਮੁਦਰਾ ਹੈ। ਇਹਦੀ ਗੱਲ ਬੜੀ ਸਪਸ਼ਟ ਹੈ। ਆਮ ਤੌਰ ਤੇ ਅਸੀਂ ਪਾਠ ਕਰਨ ਸੁਣ ਲੱਗਿਆ ਚੌਂਕੜਾ ਮਾਰ ਕੇ ਬੈਠਦੇ ਹਾਂ, ਜਿਸ ਕਰਕੇ ਵੀਰ ਆਸਣ ਬੈਠਣ ਦਾ ਅਭਿਆਸ ਘੱਟ ਹੋਣ ਕਰਕੇ ਕਈ ਵਾਰੀ ਸਰੀਰਕ ਮੁਸ਼ਕਲ ਸਾਨੂੰ ਆਉਂਦੀ ਹੈ। ਇਸ ਕਰਕੇ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਸ਼ਾਮਲ ਹੋਣ ਵਾਲੇ ਸਿੰਘਾਂ ਲਈ ਜਾਂ ਸਿੰਘਾਂ ਦੇ ਹਿੱਤ ਵਿੱਚ ਇਹੀ ਹੋਵੇਗਾ ਕਿ ਉਹ ਸਮੇਂ-ਸਮੇਂ ਤੇ ਵੀਰ ਆਸਣ ਹੋ ਕੇ ਵੀਰ ਆਸਣ ਲਗਾ ਕੇ ਬੈਠਣ ਦਾ ਅਭਿਆਸ ਕਰਦੇ ਰਹਿਣ, ਜਿਨ੍ਹਾਂ ਨੇ ਪੰਜਾਂ ਵਿੱਚ ਸ਼ਾਮਲ ਹੋਣਾ, ਕਿਉਂਕਿ ਉੱਥੇ ਵੀਰ ਆਸਣ ਦੀ ਰਵਾਇਤ ਹੈ ਔਰ ਵੀਰ ਆਸਣ ਹੋ ਕੇ ਹੀ ਬੈਠਣ ਦੀ ਮਰਿਆਦਾ ਹੈ। ਤੋ ਇਹਨਾਂ ਬਾਣੀਆਂ ਦਾ ਪਾਠ ਕਰਨ, ਜਪ, ਜਾਪ, 10 ਸਵਈਏ, ਸ਼ਰਾਵਕ ਸ਼ੁੱਧ ਸਮੂਹ ਵਾਲੇ, ਬੇਨਤੀ ਚੁਪਈ, ਅਮਰੀ ਕਰੋ ਹਾਥ ਦਾ ਰੱਛਾ ਤੋਂ ਲੈ ਕੇ ਦੁਸ਼ਟ ਦੂਖ ਤੇ ਲਿਓ ਬਚਾਈ ਤੱਕ ਤੇ ਆਨੰਦ ਸਾਹਿਬ, ਇਹ ਰਹਿਤ ਮਰਿਆਦਾ ਵਿੱਚ ਸਾਨੂੰ ਲਿਖਿਆ ਮਿਲਦਾ ਹੈ। ਬਾਣੀਆਂ ਦੇ ਪਾਠ ਕਿਹੜੇ ਕਰਨੇ ਹਨ। 28 ਅਪ੍ਰੈਲ 1985 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਗੁਰਮਤਾ ਸੁਧ ਉਪਰੰਤ ਆਨੰਦ ਸਾਹਿਬ ਪੂਰਾ ਪੜ੍ਹਨ ਦਾ ਵਿਧਾਨ ਸ਼ੁਰੂ ਹੋਇਆ। ਪਹਿਲਾ ਪਹਿਲ ਆਨੰਦ ਸਾਹਿਬ ਦੀਆਂ ਪਹਿਲੀਆਂ 5 ਤੇ ਅੰਦਰਲੀ ਪੌੜੀ ਪੜ੍ਹਨ ਦੀ ਮਰਿਆਦਾ ਸੀ। ਪਹਿਲਾ ਪਹਿਲ ਸਿੱਖ ਰਹਿਤ ਮਰਿਆਦਾ ਵਿੱਚ, ਮੂਲ ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਛਕਾਉਣ ਲਈ 5 ਬਾਣੀਆਂ ਵਿੱਚ ਆਨੰਦ ਸਾਹਿਬ ਦੀਆਂ ਪਹਿਲੀਆਂ 5 ਤੇ ਅੰਦਰਲੀ ਇੱਕ ਪੌੜੀ ਸੀ। ਇਸ ਦੀ ਥਾਵੇਂ ਫਿਰ ਆਨੰਦ ਸਾਹਿਬ ਕੀਤਾ ਗਿਆ। 5 ਪਿਆਰਿਆਂ ਨੇ ਵਾਰੀ-ਵਾਰੀ ਇਹ ਬਾਣੀਆਂ ਪੜ੍ਹਨ ਦਾ ਪਾਠ ਕਰਨਾ ਹੈ। ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨਿਸ਼ਚਿਤ ਹਨ ਤੇ ਸੰਸਾਰ ਵਿੱਚ ਜਿੱਥੇ ਕਿਤੇ ਵੀ ਅੰਮ੍ਰਿਤ ਸੰਚਾਰ ਹੋਵੇ ਜਾਂ ਅੰਮ੍ਰਿਤ ਦੀ ਦਾਤ ਤਿਆਰ ਹੋਵੇ, ਉੱਥੇ ਇਹਨਾਂ ਬਾਣੀਆਂ ਦਾ ਪਾਠ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਕਈ ਵਾਰੀ ਕੁਝ ਲੋਕ ਇਹਨਾਂ ਬਾਣੀਆਂ ਬਾਰੇ ਭੁਲੇਖਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਾਇਦ ਇਹ ਬਾਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਕਸ ਕੀਤੀਆਂ ਹਨ, ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਹਵਾਲਾ ਨਹੀਂ ਮਿਲਦਾ। ਤਾਂ 1936 ਦੇ ਵਿੱਚ ਜਿਹੜੀ ਰਹਿਤ ਮਰਿਆਦਾ ਬਣਾਈ ਗਈ ਜਾਂ ਪਾਸ ਕੀਤੀ ਗਈ, ਉਹਦੇ ਵਿੱਚ ਵੀ ਇਹਨਾਂ ਬਾਣੀਆਂ ਨੂੰ ਪੜ੍ਹਨ ਦਾ ਹਵਾਲਾ ਮਿਲਦਾ ਹੈ। ਬਸ ਇੱਕ ਫਰਕ ਜੋ ਬਾਅਦ ਵਿੱਚ ਪਿਆ ਉਹ ਹੈ ਆਨੰਦ ਸਾਹਿਬ ਦਾ ਪਾਠ ਪੂਰਾ ਕਰਨ ਦੀ ਗੱਲਬਾਤ ਹੈ। ਕਿਵੇਂ ਹੋਏ ਸ਼ਾਮਲ, ਕਿਵੇਂ ਕੀਤਾ ਗਿਆ, ਇਹ ਪੰਥਕ ਵਿਦਵਾਨਾਂ ਦਾ ਮਸਲਾ ਹੈ। ਪਰ ਸਾਡੇ ਕੋਲ ਜੋ ਅੰਮ੍ਰਿਤ ਸੰਸਕਾਰ ਦੀ ਮਰਿਆਦਾ ਦੇ ਵਿੱਚ ਬਾਣੀਆਂ ਪੜ੍ਹਨ ਦੀ ਹਿਦਾਇਤ ਕੀਤੀ ਗਈ ਹੈ, ਉਹ ਸਾਡੇ ਸਾਹਮਣੇ ਸਿੱਖ ਰਹਿਤ ਮਰਿਆਦਾ ਦੇ ਸਾਡੀ ਸਕਰੀਨ ਦੇ ਉੱਤੇ ਲਿਖੀਆਂ ਹੋਈਆਂ ਬਾਣੀਆਂ ਹਨ।
हर एक बाणी पढ़न वाला खब्बा हथ बाटे दे कंढे ते धरे, सज्जा हथ नाल खंडा जल विच फेरी जावे। सुरत एकाग्र होवे, बाकी दियां दे दोवें हथ बाटे दे कंढे उत्ते ध्यान अमृत वाल टिके। ਇਹ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 19 ਦੇ 29 ਦੇ ਉੱਤੇ ਇਹ ਮੱਧ ਦਰਜ ਹੈ। ਜਿਹੜੀ 2015 ਦਾ ਐਡੀਸ਼ਨ ਸਾਡੇ ਕੋਲ ਹੈ ਉਹਦੇ ਵਿੱਚ ਇਹ ਪੰਨਾ ਨੰਬਰ 29 ਤੇ ਮੱਧ ਦਰਜ ਕੀਤੀ ਗਈ ਹੈ। ਪੰਜਾਂ ਪਿਆਰਿਆਂ ਵਿੱਚੋਂ ਇੱਕ ਬਾਣੀ ਪੜਨ ਵਾਲੇ ਸਿੰਘ ਦਾ ਇੱਕ ਹੱਥ ਬਾਟੇ ਦੇ ਕੰਢੇ ਤੇ ਹੋਵੇ ਤੇ ਦੂਸਰੇ ਹੱਥ ਨਾਲ ਬਾਟੇ ਦੇ ਵਿੱਚ ਖੰਡਾ ਫੇਰੇ। ਬਾਕੀ ਚਾਰਾਂ ਦੇ ਹੱਥ ਦੋਨੇ ਕੰਢੇ ਤੇ ਹੋਣੇ ਚਾਹੀਦੇ ਹਨ। ਸਾਰਿਆਂ ਦੀ ਸੁਰਤ ਇਕਾਗਰ ਹੋ ਕੇ ਧਿਆਨ ਅੰਮ੍ਰਿਤ ਵੱਲ ਟਿਕਣਾ ਚਾਹੀਦਾ ਹੈ। ਸਿੱਖ ਦਾ ਜਨਮ ਇਹ ਕਹਿ ਲਈਏ ਕਿ ਖੰਡੇ ਦੀ ਧਾਰ ਵਿੱਚੋਂ ਹੁੰਦਾ ਹੈ। ਇਹ ਸਿੱਖ ਦਾ ਜਨਮ ਖੰਡੇ ਦੀ ਧਾਰ ਵਿੱਚ ਹੁੰਦਾ ਹੈ, ਜਿਹੜਾ ਗੁਰੂ ਦੇ ਘਰ ਵਿੱਚ ਜਨਮ ਹੁੰਦਾ ਹੈ। ਇਸ ਬਾਰੇ ਧਾਰਮਿਕ ਸਲਾਹਕਾਰ ਕਮੇਟੀ ਦੀ ਮਿਤੀ 1 ਜਨਵਰੀ 1950 ਦੀ 17ਵੀਂ ਇਕੱਤਰਤਾ ਦੇ ਵਿੱਚ ਮਤਾ ਨੰਬਰ 6 ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਅੰਮ੍ਰਿਤ ਇੱਕੋ ਖੰਡੇ ਦਾ ਹੀ ਹੈ। ਮਾਈਆਂ ਬੀਬੀਆਂ ਲਈ ਵੀ ਅੰਮ੍ਰਿਤ ਛਕਾਉਣ ਸਮੇਂ ਇਸ ਨਾਲ ਹੀ ਅੰਮ੍ਰਿਤ ਤਿਆਰ ਕਰਨਾ ਚਾਹੀਦਾ ਹੈ। ਤੇ ਕਿਉਂ ਲਿਖਿਆ? ਕਿਉਂਕਿ ਕੁਝ ਥਾਵਾਂ ਦੇ ਉੱਤੇ ਅੱਜ ਵੀ ਮੈਨੂੰ ਯਾਦ ਹੈ 1981 ਦੀ ਗੱਲ ਕਿ ਹਜ਼ੂਰ ਸਾਹਿਬ ਦੇ ਵਿੱਚ ਵੀ ਅੰਮ੍ਰਿਤ ਜਿਹੜਾ ਬੀਬੀਆਂ ਨੂੰ ਕਿਰਪਾਨ ਨਾਲ ਛਕਾਇਆ ਜਾਂਦਾ ਸੀ। ਜਦੋਂ ਸਾਡੇ ਮਾਤਾ ਪਿਤਾ ਜੀ ਉੱਥੇ ਗਏ ਅੰਮ੍ਰਿਤਪਾਨ ਕੀਤਾ ਤਾਂ ਉਹਨਾਂ ਨੇ ਬੀਬੀਆਂ ਦੇ ਲਈ ਕਿਰਪਾਨ ਦੇ ਨਾਲ ਅੰਮ੍ਰਿਤ ਤਿਆਰ ਕਰਨ ਦੀ ਗੱਲ ਘਰ ਆ ਕੇ ਵੀ ਸੁਣਾਈ ਸੀ। ਇਹ ਮੱਧਯੋਗ ਨਹੀਂ ਹੈ। 1950 ਵਿੱਚ ਮਤਾ ਪਾਸ ਕਰਕੇ ਹੋਇਆ ਕਿ ਇਹ ਅੰਮ੍ਰਿਤ ਕੇਵਲ ਖੰਡੇ ਦੇ ਨਾਲ ਹੀ ਤਿਆਰ ਕੀਤਾ ਜਾ ਸਕਦਾ ਹੈ। ਇਹ ਕਿਰਪਾਨ ਫੇਰ ਕੇ ਜਾਂ ਕੋਈ ਹੋਰ ਢੰਗ ਦੇ ਨਾਲ ਅੰਮ੍ਰਿਤ ਦੀ ਤਿਆਰੀ ਜਿਹੜੀ ਹੈ ਨਹੀਂ ਕੀਤੀ ਜਾ ਸਕਦੀ, ਭਾਵੇਂ ਮਰਦ ਹਨ ਭਾਵੇਂ ਇਸਤਰੀ ਹਨ। ਪਾਠ ਹੋਣ ਮਗਰੋਂ ਪਿਆਰਿਆਂ ਵਿੱਚੋਂ ਕੋਈ ਇੱਕ ਅਰਦਾਸ ਕਰੇ। ਥੋੜਾ ਜਿਹਾ ਆਪਾਂ ਥੋੜਾ ਜਿਹਾ ਹੋਰ ਵਿਚਾਰ ਕਰ ਲਈਏ ਕਿ ਪਾਠ ਹੋਣ ਮਗਰੋਂ ਪਿਆਰਿਆਂ ਵਿੱਚੋਂ ਕੋਈ ਇੱਕ ਅਰਦਾਸ ਕਰੇ। ਇਹ ਸ਼ਸ਼ਾ ਮੱਧ ਹੈ, ਅਗਲੀ ਮੱਧ ਦੱਜਾ ਹੈ। ਤਾਂ 5 ਬਾਣੀਆਂ ਦਾ ਪਾਠ ਸੰਪੂਰਨ ਹੋਣ ਤੋਂ ਬਾਅਦ ਪੰਜਾਂ ਪਿਆਰਿਆਂ ਵਿੱਚੋਂ ਇੱਕ ਸਿੰਘ ਅਰਦਾਸ ਕਰੇ। ਇੱਕ ਪਿਆਰਾ ਜਿਹਨੂੰ ਅਸੀਂ ਕਹਿੰਦੇ ਹਾਂ। ਅਰਦਾਸ ਦਾ ਵੀ ਨਿਸ਼ਚਿਤ ਵਿਧਾਨ ਹੈ। ਜੋ ਅਰਦਾਸ ਅਸੀਂ ਪਿੱਛੇ ਅਰਦਾਸ ਦਾ ਰੂਪ ਰੇਖਾ ਸੀ ਜਾਂ ਅਰਦਾਸ ਦੀ ਜੋ ਬੰਤਰ ਹੈ ਅਸੀਂ ਦੇਖ ਚੁੱਕੇ ਹਾਂ। ਪੰਜਾਂ ਬਾਣੀਆਂ ਜਪਜੀ ਸਾਹਿਬ ਤੇ ਆਨੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਤੇ ਜਾਪ ਸਾਹਿਬ ਸੋਈਏ ਤੇ ਬੇਨਤੀ ਚ ਪਈ ਇਹ ਦਸਮ ਪਾਤਸ਼ਾਹ ਦੀ ਮੰਨ ਕੇ ਕਿਹਾ ਜਾਂਦਾ ਹੈ। ਤੋ ਖਾਲਸੇ ਦੀ ਸਿਰਜਣਾ ਦੇ ਸਰੋਤ ਵਿੱਚੋਂ ਇਹਨਾਂ ਬਾਣੀਆਂ ਦੇ ਪੜ੍ਹਨ ਤੋਂ ਬਾਅਦ ਫਿਰ ਅਰਦਾਸ ਦਾ ਵਿਧਾਨ ਹੈ। ਅੱਗੇ ਹੈ ਜਿਸ ਅਮਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ ਵਿੱਚ ਹਿੱਸਾ ਲਿਆ ਹੈ ਉਹੀ ਅੰਮ੍ਰਿਤ ਛਕਾਉਣ ਦਾ ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਲ ਹੋ ਸਕਦਾ ਹੈ। ਅੱਧ ਬਾਟੇ ਹੋਣ ਵਾਲਾ ਨਹੀਂ ਹੋ ਸਕਦਾ। ਜੇ ਕਦੀ ਅਜਿਹਾ ਹੋਵੇ ਕਿ ਪਹਿਲਾਂ ਅਰਦਾਸਾ ਸੁਧਿਆ ਜਾਣ ਤੋਂ ਬਾਅਦ ਵੀ ਉਹ ਵਿਰਾਗੀ ਸ਼ਾਮਲ ਹੋਣ ਦੀ ਇੱਛਾ ਕਰਦਾ ਹੈ ਤਾਂ ਉਹ ਉਸ ਨੂੰ ਸ਼ਾਮਲ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ। ਰੋਕ ਦੇਣਾ ਚਾਹੀਦਾ ਵੀ, ਕਿਉਂਕਿ ਜ਼ਰੂਰੀ ਹੈ ਕਿ ਹਰ ਵਿਲਾਖੀ ਸਮੇਂ ਤੋਂ ਪਹਿਲਾਂ ਤਿਆਰ ਹੋ ਕੇ ਸਮਾਗਮ ਸਥਾਨ ਤੇ ਹਾਜ਼ਰ ਹੋਵੇ ਤੇ ਸਾਰੇ ਸੰਸਕਾਰਾਂ ਵਿੱਚ ਅਰਮਤਾ ਤੋਂ ਲੈ ਕੇ ਪੂਰੀ ਤਰ੍ਹਾਂ ਜਾਣਕਾਰੀ ਤੇ ਹਾਜ਼ਰੀ ਭਰੀ ਹੋਈ ਹੋਵੇ। ਜ਼ਰੂਰੀ ਗੱਲ ਹੈ, ਕਿਉਂਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਇੱਕ ਸੰਪੂਰਨ ਅਮਲ ਹੈ। ਇਸ ਨੂੰ ਕਿਸ਼ਤਾਂ ਜਾਂ ਟੁਕੜਿਆਂ ਵਿੱਚ ਗ੍ਰਹਿ ਨਹੀਂ ਕੀਤਾ ਜਾ ਸਕਦਾ। ਇੰਸਟਾਲਮੈਂਟ ਨਹੀਂ ਹੋ ਸਕਦੀਆਂ ਇਹਦੀਆਂ, ਜਿੱਦਾਂ ਹੁਣ ਸੁਣ ਲਿਆ ਤਾਂ ਬਾਅਦ ਸੁਣ ਲਾਂਗੇ, ਕਿਉਂਕਿ ਪਹਿਲਾਂ ਉਹਨਾਂ ਕੋਲੋਂ ਪ੍ਰਣ ਲਏ ਜਾਂਦੇ ਹਨ, ਪੁੱਛਿਆ ਜਾਂਦਾ ਹੈ, ਉਹਨੂੰ ਮਰਿਆਦਾ ਦੱਸੀ ਜਾਂਦੀ ਹੈ ਕਿ ਤੁਸੀਂ ਇਹਨਾਂ ਨਾਲ ਸਹਿਮਤ ਹੋ। ਹੁਣ ਜਿਸ ਨੇ ਉਸ ਮਰਿਆਦਾ 'ਚ ਹਿੱਸਾ ਨਹੀਂ ਲਿਆ, ਜਿਹਨੂੰ ਪਤਾ ਹੀ ਨਹੀਂ ਅੰਮ੍ਰਿਤਪਾਨ ਕਰਨ ਵੇਲੇ ਤੋਂ ਬਾਅਦ ਕਰਨਾ ਕੀ ਹੈ,
ਉਹ ਅੱਧ ਵਿਚਾਲੇ ਆ ਕੇ ਅੰਮ੍ਰਿਤ ਛਕਣ ਦੀ ਗੱਲ ਕਰੇ ਜੀ ਮੈਂ ਲੇਟ ਹੋ ਗਿਆ, ਮੇਰੀ ਟ੍ਰੇਨ ਮਿਸ ਹੋ ਗਈ, ਮੇਰੀ ਫਲਾਈਟ ਮਿਸ ਹੋ ਗਈ, ਉਹ ਅੰਮ੍ਰਿਤ ਛਕਣ ਦਾ ਅਧਿਕਾਰੀ ਨਹੀਂ ਹੈ। ਅੰਮ੍ਰਿਤ ਸੰਚਾਰ ਦੇ ਕਿਸੇ ਵੀ ਹਿੱਸੇ ਨੂੰ ਛੱਡਿਆ ਨਹੀਂ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਆਰੰਭ ਤੋਂ ਲੈ ਕੇ ਅੰਤ ਤੱਕ ਇਸ ਵਿੱਚ ਹਾਜ਼ਰੀ ਭਰੀ ਜਾਵੇ। ਇਹ ਜ਼ਰੂਰੀ ਚੀਜ਼ ਹੈ। ਹਰ ਛੋਟੀ ਛੋਟੀ ਚੀਜ਼ ਦੀ ਵਿਆਖਿਆ ਕੀਤੀ ਗਈ ਹੈ। ਇਸ ਸਿੱਖ ਰਹਿਤ ਮਰਿਆਦਾ ਦੇ ਵਿੱਚ ਅੰਮ੍ਰਿਤ ਸੰਚਾਰ ਦੇ ਵਿੱਚ ਹਰ ਛੋਟੀ ਛੋਟੀ ਚੀਜ਼ ਦੀ ਮਰਿਆਦਾ ਜਿਹੜੀ ਹੈ, ਉਹ ਛੋਟੀ ਛੋਟੀ ਚੀਜ਼ ਦੀ ਵਿਆਖਿਆ ਉਹ ਕੀਤੀ ਗਈ ਹੈ। ਇਹ ਜ਼ਰੂਰੀ ਚੀਜ਼ ਹੈ ਕਿ ਅੰਮ੍ਰਿਤ, ਕਿਉਂਕਿ ਗੁਰੂ ਦੇ ਨਾਲ ਇੱਕ ਪ੍ਰਣ ਹੈ, ਅੰਮ੍ਰਿਤ ਗੁਰੂ ਦੇ ਨਾਲ ਇੱਕ ਵਾਅਦਾ ਹੈ, ਅੰਮ੍ਰਿਤ ਗੁਰੂ ਵਾਲੇ ਬਣਨ ਦੀ ਇੱਕ ਨਿਯਮ ਹੈ, ਇੱਕ ਪਰੰਪਰਾ ਹੈ। ਤੇ ਜਿਸ ਨੇ ਗੁਰੂ ਵਾਲਾ ਬਣਨਾ, ਉਹਨੂੰ ਤਿਆਰ-ਬਰ ਤਿਆਰ ਹੋ ਕੇ ਅੰਮ੍ਰਿਤ ਸੰਚਾਰ ਸਮਾਗਮ ਤੇ ਅਸਥਾਨ ਦੇ ਉੱਤੇ ਸਮੇਂ ਤੋਂ ਪਹਿਲਾਂ ਪਹੁੰਚਣਾ ਜ਼ਰੂਰੀ ਹੈ। ਜੇ ਉਹ ਆਪਣੇ ਜੀਵਨ ਵਿੱਚ ਇੰਨਾ ਵੀ ਡਿਸਪਲਿਨ ਨਹੀਂ ਰੱਖ ਸਕਦਾ, ਤਾਂ ਫਿਰ ਅੱਗੋਂ ਰਹਿਤਾਂ ਰੱਖਣ ਦਾ ਜਾਂ ਬਾਣੀਆਂ ਪੜ੍ਹਨ ਦਾ ਅਭਿਆਸ ਕਿਵੇਂ ਕਰ ਸਕਦਾ ਹੈ। ਇਸ ਵਾਸਤੇ ਇਹ ਮੱਧ ਪਾਈ ਗਈ ਕਿ ਜਿਸ ਅਭਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ ਵਿੱਚ ਹਿੱਸਾ ਲਿਆ ਹੋਵੇ, ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਿਲ ਹੋ ਸਕਦਾ ਹੈ, ਅੱਧ ਵਾਟੇ ਆਉਣ ਵਾਲਾ ਨਹੀਂ ਹੋ ਸਕਦਾ। ਇਸ ਤੋਂ ਅਗਲੇ ਵਿਚਾਰ ਅਸੀਂ ਕੱਲ੍ਹ ਨੂੰ ਕਰਾਂਗੇ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ ਜੀ। ਪਿਆਰ ਸਤਿ ਫਤਿਹ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।